ਬਾਦਲ ਦਲ ਦੇ ਬਾਦਲ ਪਰਿਵਾਰ ਦੇ ਇਕੱਲੇ ਮੈਂਬਰ ਨੇ ਇਹ ਕਿਹਾ ਵੀ ਇਹ ਜਿਹੜੇ ਖੇਤੀ ਵਾਲੇ ਆਰਡੀਨੈਂਸ ਨੇ ਬਹੁਤ ਵਧੀਆ ਨੇ, ਇਹਨਾਂ 'ਚ ਕੋਈ ਨੁਕਸ ਨਹੀਂ। ਆਪਾਂ ਨੂੰ ਬੜੀਆਂ ਮੱਤਾਂ ਦਿੱਤੀਆਂ, ਜਦੋਂ ਸੰਗਤਾਂ ਨੇ, ਲੋਕਾਂ ਨੇ, ਕਿਸਾਨਾਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ, ਅੰਦੋਲਨ ਭੜਕ ਪਿਆ, ਤਾਂ ਬਾਦਲ ਪਰਿਵਾਰ ਨੂੰ ਮੌਕਾ ਪ੍ਰਸਤੀ ਵਰਤਦਿਆਂ ਹੋਇਆਂ ਜਾਂ ਕੁਝ ਹੋਰ ਸਿਆਸੀ ਕਾਰਨਾਂ ਕਰਕੇ ਪਿੱਛੇ ਮੁੜਨਾ ਪਿਆ। ਤੇ ਫਿਰ ਆਪਣੇ ਕੋਲੇ ਉਹ ਬਿਆਨ ਆ ਗਏ ਕਿ ਬਾਦਲ ਪਰਿਵਾਰ ਕਹਿੰਦਾ ਕਿ ਇਹ ਜਿਹੜੇ ਕਾਨੂੰਨ ਆ ਇਹ ਬੜੇ ਮਾੜੇ ਆ, ਇਹ ਕਾਲੇ ਕਾਨੂੰਨ ਨੇ, ਤੇ ਇਹ ਅਸੀਂ ਕਿਸਾਨਾਂ ਦੇ ਨਾਲ ਖੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲਾਈਵ ਦੇ ਵਿੱਚ ਕਈ ਜਿਹੜੇ ਆ ਮੁੱਦੇ ਉਹਨਾਂ ਉੱਤੇ ਆਪਾਂ ਚਰਚਾ ਕਰਨੀ ਆ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਵ ਦੇ ਵਿੱਚ ਜੁੜਨ ਵਾਲੇ ਸਾਰੇ ਗੁਰੂ ਪਿਆਰਿਆਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦੇ ਲਾਈਵ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਿਸਾਨਾਂ ਵਾਲਾ ਜਿਹੜਾ ਅੰਦੋਲਨ ਚੱਲ ਰਿਹਾ ਇਹਦੇ ਬਾਰੇ ਪੰਥਕ ਜਾਂ ਸੰਘਰਸ਼ ਵਾਲੀ ਧਿਰ ਦਾ ਕੀ ਨਜ਼ਰੀਆ ਹੋਣਾ ਚਾਹੀਦਾ, ਇਹਦੇ ਬਾਰੇ ਚਰਚਾ ਕਰਨੀ। ਆਪਾਂ ਨੂੰ ਸਾਰਿਆਂ ਨੂੰ ਉਹਨਾਂ ਬਿਆਨਾਂ ਦਾ ਭਲੀ ਭਾਂਤ ਪਤਾ ਜਿਹਦੇ ਵਿੱਚ ਬਾਦਲ ਪਰਿਵਾਰ ਦੇ, ਬਾਦਲ ਦਲ ਦੇ ਇਕੱਲੇ ਮੈਂਬਰ ਨੇ, ਬਾਦਲ ਦਲ ਦੇ ਬਾਦਲ ਪਰਿਵਾਰ ਦੇ ਇਕੱਲੇ ਮੈਂਬਰ ਨੇ ਇਹ ਕਿਹਾ ਵੀ ਇਹ ਜਿਹੜੇ ਖੇਤੀ ਵਾਲੇ ਆਰਡੀਨੈਂਸ ਨੇ ਬਹੁਤ ਵਧੀਆ ਨੇ, ਇਹਨਾਂ 'ਚ ਕੋਈ ਨੁਕਸ ਨਹੀਂ। ਆਪਾਂ ਨੂੰ ਬੜੀਆਂ ਮੱਤਾਂ ਦਿੱਤੀਆਂ, ਜਦੋਂ ਸੰਗਤਾਂ ਨੇ, ਲੋਕਾਂ ਨੇ, ਕਿਸਾਨਾਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ, ਅੰਦੋਲਨ ਭੜਕ ਪਿਆ, ਤਾਂ ਬਾਦਲ ਪਰਿਵਾਰ ਨੂੰ ਮੌਕਾ ਪ੍ਰਸਤੀ ਵਰਤਦਿਆਂ ਹੋਇਆਂ ਜਾਂ ਕੁਝ ਹੋਰ ਸਿਆਸੀ ਕਾਰਨਾਂ ਕਰਕੇ ਪਿੱਛੇ ਮੁੜਨਾ ਪਿਆ। ਤੇ ਫਿਰ ਆਪਣੇ ਕੋਲੇ ਉਹ ਬਿਆਨ ਆ ਗਏ ਕਿ ਬਾਦਲ ਪਰਿਵਾਰ ਕਹਿੰਦਾ ਕਿ ਇਹ ਜਿਹੜੇ ਕਾਨੂੰਨ ਆ ਇਹ ਬੜੇ ਮਾੜੇ ਆ, ਇਹ ਕਾਲੇ ਕਾਨੂੰਨ ਨੇ, ਤੇ ਇਹ ਅਸੀਂ ਕਿਸਾਨਾਂ ਦੇ ਨਾਲ ਖੜੇ। ਸੋ ਜਿਵੇਂ ਬਾਦਲ ਪਰਿਵਾਰ ਨੇ ਪਹਿਲਾਂ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਤੇ ਫਿਰ ਕਾਲੇ ਕਾਨੂੰਨਾਂ ਦੀ ਵਿਰੋਧਤਾ ਕੀਤੀ, ਤੇ ਇਸ ਤਰੀਕੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਹਾਲ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਇਹ ਐਲਾਨ ਗੱਜ ਵੱਜ ਕੇ ਕੀਤਾ ਵੀ ਖੇਤੀ ਕਾਨੂੰਨਾਂ ਖਿਲਾਫ ਅਸੀਂ ਤਾਂ ਕਿਸਾਨਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ, ਖੜਾਂਗੇ। ਪਰ ਹੁਣ ਜਿਹੋ ਜਿਹਾ ਹਿਸਾਬ ਕਿਤਾਬ ਚੱਲ ਰਿਹਾ, ਕਿਸਾਨ ਜਥੇਬੰਦੀਆਂ ਦੇ ਬਾਰੇ ਜਿਹੋ ਜਿਹੀ ਬਿਆਨਬਾਜ਼ੀ ਕੈਪਟਨ ਅਮਰਿੰਦਰ ਸਿੰਘ ਦੀ ਆ ਰਹੀ ਹੈ, ਉਹ ਤੋਂ ਸਾਫ਼ ਜ਼ਾਹਿਰ ਆ ਵੀ ਇਹਨਾਂ ਤਿਲਾਂ ਵਿੱਚ ਵੀ ਤੇਲ ਹੈ ਨਹੀਂ ਗਾ। ਸੋ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਾਦਲਕਿਆਂ ਵਾਂਗੂ ਹੀ ਕਿਸਾਨਾਂ ਦੇ ਮੁੱਦੇ ਉੱਤੇ ਜਿਹੜੀ ਬਿਆਨਬਾਜ਼ੀ ਕਰਨੀ ਸ਼ੁਰੂ ਕੀਤੀ ਹੋਈ ਆ ਕਿ ਸਾਡੇ ਉੱਤੇ ਕੋਈ ਦਬਾਅ ਬਣਾ ਕੇ ਸਭ ਤੋਂ ਫੈਸਲੇ ਜਿਹੜੇ ਆ ਲੈਣ ਲਈ ਮਜਬੂਰ ਨਾ ਕਰੋ। ਵਿੱਚ ਹੀ ਇੱਕ ਹੋਰ ਛੱਡ ਦਿੱਤਾ ਸ਼ੋਸ਼ਾ ਵੀ ਰੇਲ ਗੱਡੀਆਂ ਜਿਹੜੀਆਂ ਨੇ ਜੇ ਉਹ ਨਾ ਚਾਲੂ ਕੀਤੀਆਂ ਤਾਂ ਬੜਾ ਔਖਾ ਹੋ ਜੂ ਪੰਜਾਬ ਦੇ ਵਿੱਚ, ਜਿਹੜਾ ਹੈਗਾ ਕਹਿੰਦਾ ਜੀ ਬਿਜਲੀ ਬੰਦ ਹੋ। ਇਹ ਸਾਰੇ ਡਰਾਵੇ, ਇਹ ਸਾਰੇ ਬਹਾਨੇ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਲਈ, ਤਾਰ ਪੀਡੋ ਕਰਨ ਲਈ ਕੀਤੇ ਜਾ ਰਹੇ। ਹੁਣ ਜਦੋਂ ਅਸੀਂ ਕਿਸਾਨ ਅੰਦੋਲਨ ਅੱਖਰ ਵਰਤਦੇ ਹਾਂ ਤਾਂ ਸਾਡੇ ਮਨ ਵਿੱਚ, ਦਿਮਾਗ ਵਿੱਚ ਵੱਜਦੀ ਆ ਗੱਲ ਵੀ ਸ਼ਾਇਦ ਇਹ ਇਕੱਲੇ ਨਹੀਂ ਕਿਸਾਨਾਂ ਦਾ ਮੁੱਦਾ। ਅਸਲ ਵਿੱਚ ਇਹ ਕਿਸਾਨ ਦਾ ਮੁੱਦਾ ਨਹੀਂ ਹੈਗਾ। ਕਾਮ ਰੇਟ, ਖਾਸ ਤੌਰ 'ਤੇ ਜਿਹੜੇ ਨੀਚ ਕਿਸਮ ਦੇ ਕਾਮ ਰੇਟ ਨੇ, ਉਹ ਇਹਨੂੰ ਕਿਸਾਨਾਂ ਦਾ ਮੁੱਦਾ ਬਣਾ ਕੇ ਰੱਖਣਾ ਚਾਹੁੰਦੇ ਆ ਤਾਂ ਕਿ ਇਹ ਪੰਥ ਦਾ, ਪੰਜਾਬ ਦਾ ਤੇ ਆਮ ਲੋਕਾਂ ਦਾ ਮੁੱਦਾ ਨਾ ਬਣੇ। ਕਿਉਂਕਿ ਆਮ ਲੋਕਾਂ ਦਾ ਜਦੋਂ ਮੁੱਦਾ ਬਣੂਗਾ ਤਾਂ ਫਿਰ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਚਾਹੁੰਦਾ, ਗੁਰਾਂ ਦੇ ਨਾਂ। ਫਿਰ ਇੱਥੇ ਇਹ ਜਿਹੜਾ ਸੰਘਰਸ਼ ਵਾ ਇਹ ਸਿੱਖ ਪੰਥ ਦੀ ਹੋਂਦ ਹਸਤੀ ਦੇ ਸਵਾਲ ਦੇ ਰੂਪ ਵਿੱਚ ਲੜਿਆ ਜਾਏਗਾ। ਤੇ ਇਹ ਗੱਲ ਬੜੀ ਚੰਗੀ ਹੈ ਕਿ ਸਾਡੇ ਬਹੁਤ ਸਾਰੇ ਸੱਜਣ ਮਿੱਤਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਕਿ ਅਜੇ ਸਾਡੇ ਹੋਰ ਲੋਕਾਂ ਨੂੰ ਤਾਂ ਭਾਵੇਂ ਇਸ ਗੱਲ ਦਾ ਨਹੀਂ ਪਤਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹਨਾਂ ਦੇ ਅੰਦਰ ਕਾਮਰੇਟੀ ਕੀੜਾ ਵੜਿਆ ਹੋਇਆ
ਜਿਹਦਾ ਕੋਈ ਇਲਾਜ ਨਹੀਂ। ਇਹਨਾਂ ਨਾਲ ਲੜਨ ਦੀ, ਬਹਿਸਣ ਦੀ, ਸਮਝਾਉਣ ਦੀ, ਇਹਨਾਂ ਨਾਲ ਜਿੱਦਣ ਦੀ ਕਿਸੇ ਨੂੰ ਕੋਈ ਲੋੜ ਨਹੀਂ। ਇਹਨਾਂ ਨੂੰ ਆਪਦਾ ਰਾਂਝਾ ਰਾਜੀ ਕਰ ਲੈਣ ਦਿਓ। ਪਰ ਆਪਾਂ ਜੇਕਰ ਇਹਨਾਂ ਨਾਲ ਸੁਰ ਨਹੀਂ ਰਲਦੀ ਤਾਂ ਆਪਾਂ ਸ਼ੰਭੂ ਬੈਰੀਅਰ 'ਤੇ ਜਾਂ ਹੋਰ ਕਿਸੇ ਤਰੀਕੇ ਨਾਲ ਆਪਦੀ ਗੱਲ ਕਹਿ ਲਓ। ਅਸੀਂ ਕਿਉਂਕਿ ਸਾਰੇ ਪੱਖ ਦੇਖ ਕੇ ਚੱਲਣੇ ਹੁੰਦੇ ਆ। ਅਸੀਂ ਇਸ ਸੰਘਰਸ਼ ਵਿੱਚ, ਚਾਹੇ ਇਹ ਕਾਮਰੇਟਾਂ ਵਾਲੀਆਂ ਜਥੇਬੰਦੀਆਂ ਨੇ ਜਿਹੜੀਆਂ ਦਿਲ ਵਿੱਚ ਪੂਰਾ ਪਾਪ ਅਤੇ ਕਪਟ ਰੱਖ ਕੇ ਕਿ ਇਹ ਸਿੱਖਾਂ ਦਾ ਮਸਲਾ ਨਾ ਬਣ ਜਾਵੇ, ਇਸ ਤਰੀਕੇ ਦੀ ਗੰਦੀ ਸੋਚ ਵਿੱਚੋਂ ਗੱਲਾਂ ਕਰਦੇ ਆ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਹਰ ਉਹ ਸ਼ਖਸ ਜਿਹੜਾ ਸਾਰੇ ਸੰਸਾਰ ਦੇ ਵਿੱਚ ਇਸ ਟਾਈਮ ਇਸ ਮੁੱਦੇ ਉੱਤੇ ਆਪਦੇ ਸੰਘਰਸ਼ ਦਾ ਹਿੱਸਾ ਬਣਿਆ ਹੋਇਆ ਸਮਝਦਾ, ਅਸੀਂ ਉਹਦੇ ਨਾਲ, ਅਸੀਂ ਉਹਦਾ ਸਾਥ ਸਹਿਯੋਗ ਦੇਣ ਲਈ ਕੌਮ ਦਾ, ਪੰਥ ਦਾ ਧੰਨਵਾਦ ਕਰਦੇ ਹਾਂ। ਸਾਰੀ ਗੱਲ ਸੋ ਅਸਲ ਸਮੱਸਿਆ ਇਹ ਨਹੀਂ ਹੈ ਕਿ ਕੋਈ ਕਿਸ ਤਰ੍ਹਾਂ ਸੰਘਰਸ਼ ਕਰਦਾ। ਅਸਲੀ ਗੱਲ ਇਹ ਹੈਗੀ ਆ ਕਿ ਜਿਹੜਾ ਵੀ ਬੰਦਾ ਇਹਨੂੰ ਗਲਤ ਸਮਝਦਾ ਉਹ ਅਸਲ ਵਿੱਚ ਪੰਥ ਅਤੇ ਪੰਜਾਬ ਦੇ ਹੋਂਦ ਹਸਤੀ ਨਾਲ ਜੁੜੇ ਹੋਏ ਸਵਾਲ ਨੂੰ ਸਮਝਣ ਲੱਗ ਪਿਆ ਇੱਕ ਤਰੀਕੇ ਨਾਲ। ਜੇ ਪੰਜਾਬ ਦੇ ਵਿੱਚ ਕਿਸਾਨੀ ਜਿਹੜੀ ਆ ਮੁੱਕਦੀ ਆ ਤਾਂ ਇਹਦਾ ਮਤਲਬ ਹੈਗਾ ਕਿ ਪੰਜਾਬ ਦੀ ਧਰਤੀ ਉੱਤੋਂ ਸਿੱਖੀ ਦਾ ਵੀ ਬਹੁਤ ਕਾਲਾ ਅਤੇ ਹਨੇਰਾ ਦੌਰ ਜਿਹੜਾ ਹੈਗਾ ਸਿੱਖੀ ਬਾਰੇ ਵੀ ਸ਼ੁਰੂ ਹੋਇਆ। ਸਾਡੇ ਪਹਿਲੋਂ ਹੀ ਬੜੀਆਂ ਵੱਡੀਆਂ ਸਮੱਸਿਆਵਾਂ ਨੇ, ਪਹਿਲਾਂ ਹੀ ਬੜੀਆਂ ਵੱਡੀਆਂ ਸਾਡੇ ਲਈ ਪ੍ਰੋਬਲਮਸ ਨੇਗੀਆਂ। ਉਹਦੇ ਵਿੱਚ ਆਰਥਿਕ ਪੱਖ ਤੋਂ ਸਾਨੂੰ ਘਸਿਆਰਾ ਬਣਾ ਕੇ ਮਾਰਨ ਦੇ ਯਤਨ ਜਿਹੜੇ ਆ ਉਹ ਨਵੇਂ ਨਹੀਂ ਹੈ। ਇਹ ਹਕੂਮਤੀ ਸਿਸਟਮ ਦਾ ਏਜੰਡਾ ਹੈਗਾ ਅਤੇ ਉਹ ਇਹ ਕਹਿ ਕੇ ਕਿ ਅਸੀਂ ਤੁਹਾਡਾ ਭਲਾ ਕਰਨ ਲੱਗੇ ਹਾਂ, ਅਸਲ ਵਿੱਚ ਪੰਜਾਬ ਨੂੰ, ਪੰਥ ਨੂੰ ਰੋਲ ਦੇਣ ਦੀ ਖੇਡ ਖੇਡਣ ਲੱਗੇ ਨੇ। ਅਤੇ ਜੇਕਰ ਕਿਸਾਨ ਜਥੇਬੰਦੀਆਂ ਸਾਨੂੰ ਚਾਰ ਗਾਲਾਂ ਕੱਢ ਕੇ ਸਿੱਖਾਂ ਨੂੰ, ਸਾਨੂੰ ਭੰਡ ਕੇ ਕਿ ਲਓ ਜੀ ਇਹ ਤਾਂ ਐਂ ਅਤੇ ਬਹੁਤ ਆ ਜੀ, ਅਸੀਂ ਸਿੱਖਾਂ ਦਾ ਮੁੱਦਾ ਨਹੀਂ ਵੰਡ ਦੇਣਾ, ਜੇ ਉਹ ਵੀ ਇਹ ਤੋਂ ਸਾਨੂੰ ਬਚਾ ਦੇਣ ਤਾਂ ਅਸੀਂ ਉਹਨਾਂ ਦੇ ਧੰਨਵਾਦੀ ਹੋਵਾਂਗੇ। ਪਰ ਸਾਡੀ ਇਸ ਗੱਲ ਦੇ ਵਿੱਚ ਸਾਨੂੰ ਕੋਈ ਵਹਿਮ ਨਹੀਂ ਹੈ ਕਿ ਬੇਸ਼ੱਕ ਪੰਜਾਬ ਦਾ ਬੱਚਾ ਉੱਠ ਕੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਮੈਦਾਨ ਵਿੱਚ ਆ ਜਾਵੇ ਤਾਂ ਵੀ ਇਹ ਜਿਹੜਾ ਬਾਹਮਣਵਾਦੀ ਹਿੰਦੂ ਸਾਮਰਾਜ ਆ ਉਹ ਪਿੱਛੇ ਨਹੀਂ ਮੁੜੇਗਾ। ਇਸ ਗੱਲ ਨੂੰ ਜਿਹੜੇ ਲੋਕ ਸਮਝਦੇ ਆ, ਜਾਣੀ ਕਿ ਜਿਹੜੇ ਆਹ ਬਾਦਲ ਵਾਲੇ ਆ ਅਤੇ ਕੈਪਟਨ ਵਾਲੇ ਆ, ਇਹਨਾਂ ਨੂੰ ਬੜੀ ਕਲੀਅਰਲੀ, ਬੜਾ ਸਪਸ਼ਟਤਾ ਨਾਲ ਪਤਾ ਵੀ ਮੋਦੀ ਹੁਣਾਂ ਨੇ, ਹਿੰਦੂ ਸਾਮਰਾਜ ਨੇ ਬਿਲਕੁਲ ਇਹ ਜਿਹੜੇ ਕਾਲੇ ਕਾਨੂੰਨ ਆ ਇਹਨਾਂ ਨੂੰ ਰੱਦ ਨਹੀਂ ਕਰਨਾ। ਇਹ ਇੱਕ ਲੰਮੀ ਦਾਸਤਾਨ ਮਾਂ, ਪਰ ਮੋਟੇ ਤੌਰ 'ਤੇ ਗੱਲ ਸਮਝ ਲਓ ਵੀ ਜਿਹੜਾ ਬੰਦਾ ਤੁਹਾਨੂੰ ਇਹ ਦਾਅਵਾ ਕਰਦਾ ਕਿ ਕਾਲੇ ਕਾਨੂੰਨ ਲਾਜ਼ਮੀ ਰੱਦ ਹੋ ਜਾਣਗੇ, ਇਹ ਜਿਹੜੀ ਗਰੰਟੀ ਦਿੰਦਾ ਨਾ ਉਹ ਤੁਹਾਨੂੰ ਬੇਵਕੂਫ ਬਣਾ ਰਿਹਾ। ਹਾਂ, ਜਿਹੜਾ ਬੰਦਾ ਇਹ ਕਹਿੰਦਾ ਕਿ ਕਾਲੇ ਕਾਨੂੰਨਾਂ ਦੇ ਖਿਲਾਫ ਲੜਨਾ ਸਾਡਾ ਹੱਕ ਵਾ ਅਤੇ ਸਾਡਾ ਫਰਜ਼ ਬਣਦਾ ਕਿ ਅਸੀਂ ਦੁਨੀਆ ਨੂੰ ਦਸੀਏ ਕਿ ਅਸੀਂ ਲੁੱਟੇ ਜਾ ਰਹੇ ਹਾਂ, ਪੱਟੇ ਜਾ ਰਹੇ, ਉਹ ਬੰਦਾ ਠੀਕ ਹੈ। ਜਿਹੜਾ ਬੰਦਾ ਗਰੰਟੀਆਂ ਦਿੰਦਾ, ਅਸਲ ਵਿੱਚ ਉਹ ਇਹ ਗੱਲ ਭੁੱਲ ਰਿਹਾ ਕਿ ਹਿੰਦੁਸਤਾਨ ਦਾ ਟਰੈਕ ਰਿਕਾਰਡ ਰਿਹਾ ਕਿ ਜਿਹੜਾ ਪੰਥ ਅਤੇ ਪੰਜਾਬ ਨੂੰ ਘਾਣ ਕਰਨ ਵਾਲਾ ਕਾਨੂੰਨ ਬਣ ਗਿਆ ਨਾ, ਉਹ ਕਦੇ ਪਿੱਛੇ ਨਹੀਂ ਉਹਨਾਂ ਨੇ ਮੋੜਿਆ। ਵੈਸੇ ਵੀ ਉਹਨਾਂ ਨੇ ਬਾਕੀ ਮਾਈਨੋਰਿਟੀਜ਼ ਜਾਂ ਕਸ਼ਮੀਰ ਦਾ ਹੋਵੇ ਮੁੱਦਾ, ਜਾਂ ਮਾਓਵਾਦੀਆਂ ਦਾ ਮੁੱਦਾ ਹੋਵੇ, ਜਾਂ ਕੋਈ ਹੋਰ ਹੋਵੇ, ਕਿਸੇ ਨੂੰ ਬਖਸ਼ਿਆ ਨਹੀਂ। ਪਰ ਪੰਜਾਬ ਬਾਰੇ ਤਾਂ ਉਹਨਾਂ ਦੀ ਖਾਸ ਇਹ ਰੁਚੀ ਰਹੀ ਆ। ਇੱਥੇ ਜਿਹੜਾ ਵੀ ਕਾਲਾ ਕਾਨੂੰਨ ਆ ਗਿਆ, ਆ ਜਿਹੜਾ ਪੰਜਾਬੀ ਸੂਬਾ ਜਦੋਂ ਬਣਿਆ ਉਸ ਦਿਨ ਜਿਹੜਾ ਐਕਟ ਪਾਸ ਕੀਤਾ ਗਿਆ, ਪੰਜਾਬ ਰੀਆਰਗਨਾਈਜੇਸ਼ਨ ਐਕਟ 1966, ਪੰਜਾਬ ਰੀਆਰਗਨਾਈਜੇਸ਼ਨ ਐਕਟ 1966 ਜਦੋਂ ਪਾਸ ਹੋਇਆ, ਉੱਥੇ ਸਾਡੇ ਸਰਦਾਰ ਕਪੂਰ ਸਿੰਘ ਕੌਮ ਦੇ ਸਿਰਮੌਰ ਆਗੂ, ਸਿਰਮੌਰ ਚਿੰਤਕ ਅਤੇ ਸਭ ਤੋਂ ਖਰੀ ਅਤੇ ਠੋਕਵੀਂ ਗੱਲ ਕਰਨ ਵਾਲੇ ਆਗੂ ਪਾਰਲੀਮੈਂਟ ਵਿੱਚ ਬੈਠੇ ਸੀ। ਉਹ ਜਿੰਨੀ ਉਹਨਾਂ ਨੇ ਤਕਰੀਰ ਕੀਤੀ, ਉਹ ਜਿਹੜੀ ਤਕਰੀਰ ਆ ਉਸ ਦਿਨ ਦੀ, ਉਹਦਾ ਕੁੱਲ ਬਣਾ ਕੇ ਇਹ ਸੀਗਾ ਕਿ ਸਾਡੇ ਨਾਲ ਤੁਸੀਂ ਧੋਖਾ ਕਰ ਰਹੇ ਹੋ, ਸਾਡੇ ਨਾਲ ਧੱਕਾ ਕਰ ਰਹੇ ਹੋ। ਅਸੀਂ ਪੰਜਾਬੀ ਸੂਬਾ ਚਾਹੁੰਦੇ ਤਾਂ ਹਾਂ, ਪਰ ਇਹੋ ਜਿਹਾ ਬਿਲਕੁਲ ਨਹੀਂ ਚਾਹੁੰਦੇ ਜਿਹੋ ਜਿਹਾ ਤੁਸੀਂ ਆਹ ਬਣਾਈ ਫਿਰਦੇ ਹੋ, ਕਿਉਂਕਿ ਇਹ ਤਾਂ ਉਸ ਤਰ੍ਹਾਂ ਦੀਆਂ ਗੱਲਾਂ ਵਾਲਾ ਸੂਬਾ ਤੁਸੀਂ ਸਾਨੂੰ ਪਰੋਸ ਰਹੇ ਹੋ ਜਿਹੋ ਜਿਹੇ ਬਾਰੇ ਗੁਲਜ਼ਾਰੀ ਲਾਲ ਨੰਦਾ ਪਹਿਲਾਂ ਹੀ ਭਕਾਈ ਮਾਰਦਾ ਹੁੰਦਾ ਸੀਗਾ ਵੀ ਛੇਤੀ ਕੀਤੇ ਤਾਂ ਇੰਦਰਾ ਗਾਂਧੀ ਇਹ ਅਸੀਂ ਵੰਡ ਨਹੀਂ ਦਿੰਦੇ। ਪਰ ਜੇ ਬਣਾਉਣਾ ਪੈ ਵੀ ਗਿਆ ਤਾਂ ਇਹੋ ਜਿਹਾ ਪੰਜਾਬੀ ਸੂਬਾ ਬਣੂਗਾ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਸਿੱਖਾਂ ਦੇ ਲੀਡਰਾਂ ਨੂੰ ਮਾੜਾ ਬੋਲਿਆ ਕਰਨਗੀਆਂ, ਗਾਲਾਂ ਕੱਢਿਆ ਕਰਨਗੀਆਂ, ਨਿੰਦਿਆ ਕਰਿਆ ਕਰਨਗੀਆਂ ਕਿ ਆਹ ਸੂਬਾ ਬਣਾਉਣ ਦੇ ਲਈ ਇੰਨੀਆਂ ਕੁਰਬਾਨੀਆਂ ਕਰਵਾਤੀਆਂ। ਸੋ ਇਹ ਗੱਲ ਸਰਦਾਰ ਕਪੂਰ ਸਿੰਘ ਨੇ ਠੋਕ ਵਜਾ ਕੇ ਉੱਥੇ ਕਹੀ, ਅਤੇ ਉੱਥੇ ਜਿਹੜਾ ਬਾਕੀ ਪਾਰਲੀਮੈਂਟ ਦੇ ਵਿੱਚ ਬਾਕੀ 200-250 MP ਬੈਠਾ ਸੀ, 300-400,
ਉਹਨਾਂ ਸਾਰਿਆਂ ਨੇ ਕਿਹਾ ਵੀ ਤੂੰ ਜਿੰਨਾ ਮਰਜ਼ੀ ਬੋਲ ਲਾ, ਕਰਨਾ ਅਸੀਂ ਉਹ ਕੁਛ ਆ ਜਿਹੜਾ ਬਾਹਮਣ ਨੇ ਹਿੰਦੂ ਨੇ ਪਹਿਲੋਂ ਮਿਥਿਆ ਹੋਇਆ ਕਿ ਅਸੀਂ ਪੰਜਾਬੀ ਸੂਬਾ ਇਹੋ ਜਿਹਾ ਹੀ ਬਣਾਉਣਾ। ਤੇ ਉਹ ਅੱਜ ਤੱਕ ਪੰਜਾਬੀ ਸੂਬਾ ਬਣਾਉਣ ਵਾਲੇ ਐਕਟ ਦੇ ਵਿੱਚ ਜਿਹੜੀਆਂ ਬਾਕੀ ਸਾਡੀਆਂ ਚੀਜ਼ਾਂ ਸੀ ਉਹ ਅੱਜ ਤੱਕ ਪੂਰੀਆਂ ਨਹੀਂ ਹੋਈਆਂ। ਇਵੇਂ ਹੀ ਹੋਰ ਬਹੁਤ ਕੁਛ ਵਾ, ਲੰਮੀ ਚੌੜੀ ਦਾਸਤਾਨ ਆ, ਪਰ ਮੋਟੇ ਤੌਰ ਤੇ ਜੇ ਕਿਸੇ ਨੇ ਅਕਲ ਲੈਣੀ ਹੋਵੇ ਇੱਕ ਗੱਲ ਤੋਂ ਹੀ ਲੈ ਲੈਂਦਾ, ਜਿਹਨੂੰ ਨਹੀਂ ਆਉਣੀ ਉਹਨੂੰ ਚਾਹੇ 10 ਘੰਟੇ ਬੋਲੀ ਜਾਓ। ਮੈਂ ਇਸ ਗੱਲ ਦੀ ਗਰੰਟੀ ਦਿੰਦਾ ਕਿ ਆਲ ਇੰਡੀਆ ਲੈਵਲ ਦੇ ਉੱਤੇ ਇੱਕ ਵੀ ਤੁਹਾਨੂੰ ਇਹੋ ਜਿਹਾ ਨਹੀਂ ਮਿਲਣਾ ਬੰਦਾ ਜਿਹੜਾ ਆਪਾਂ ਨੂੰ ਇਹ ਝੂਠ ਆਪਾਂ ਨੂੰ ਬੋਲੇ। ਪਰ ਪੰਜਾਬ ਦੇ ਵਿੱਚ ਆਪਾਂ ਨੂੰ ਇਹੋ ਜਿਹੇ ਲੰਡੂ ਲੀਡਰ ਹਜ਼ਾਰਾਂ ਮਿਲ ਜਾਣਗੇ ਜਿਹੜੇ ਇਹ ਝੂਠ ਬੋਲ ਰਹੇ ਆ ਕਿ ਜੀ ਇਹ ਜੇ ਆਪਾਂ ਐਂ ਕਰੀਏ ਤੇ ਐਂ ਹੋ ਜੂ ਤੇ ਉਹ ਕਰੀਏ ਤੇ ਆਹ ਹੋ ਜੂ। ਅਸਲ ਵਿੱਚ ਗੱਲ ਹੈਗੀ ਆ ਕਿ ਸਾਡਾ ਲੜਨਾ ਤਾਂ ਬਣਦਾ, ਪਰ ਲੜਨ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਪਤਾ ਹੋਵੇ ਕਿ ਸਾਡਾ ਦੁਸ਼ਮਣ ਕਿਸ ਤਰ੍ਹਾਂ ਦਾ ਹੈ। ਦੁਸ਼ਮਣ ਨੇ ਹੁਣੇ ਕਰੋਨਾ ਤੋਂ ਪਹਿਲਾਂ CAA ਤੇ NRC ਦੇ ਖਿਲਾਫ ਦਿੱਲੀ ਦੇ ਵਿੱਚ ਇੱਕ ਇਹੋ ਜਿਹੀ ਜ਼ਬਰਦਸਤ ਐਜੀਟੇਸ਼ਨ ਚੱਲ ਰਹੀ ਸੀ, ਕੱਖ ਪਰਵਾਹ ਨੇ ਕੀਤੀ। ਦੂਜੇ ਕੁ ਦਿਨ ਉੱਥੇ ਯੂਪੀ ਬਿਹਾਰ ਦੇ ਭਈਏ ਜਿਹੇ ਜਿਹੜੇ ਆ ਹਿੰਦੂ ਕੱਟੜਪੰਥੀ ਆ, ਉਹ ਪਿਸਤੌਲੜੀਆਂ ਜਿਹੀਆਂ ਲੈ ਕੇ ਕਦੇ ਕੋਈ ਗੋਲੀ ਮਾਰਨ ਚਲੇ ਗਿਆ, ਕਦੇ ਕੁਛ ਕਰ ਚਲੇ ਗਏ। ਜੇ ਜਾਮੀਆ ਮਿਲੀਆ ਯੂਨੀਵਰਸਿਟੀ 'ਚ ਐਜੀਟੇਸ਼ਨ ਹੋ ਰਹੀ ਸੀ ਤਾਂ ਉੱਥੇ ਜੋ ਕੁਛ ਹੋਇਆ ਕਰੋਨਾ ਤੋਂ ਪਹਿਲਾਂ ਆਪਣੇ ਸਾਹਮਣੇ ਆ ਸਭ ਨੇ। ਤੇ ਆ ਜਿਹੜੇ ਲੀਡਰ ਅੱਜ ਆਪਣੇ ਕੋਲ ਫੁਕਰੀਆਂ ਮਾਰਦੇ ਆ ਅਕਾਲੀ ਦਲ ਦੇ ਤੇ ਕਾਂਗਰਸ ਦੇ, ਇਹ ਸਾਰੇ ਉਦੋਂ ਦੜ ਵੱਟ ਕੇ ਬੈਠੇ ਰਹੇ। ਕਿਸੇ ਨੇ ਉਹਨਾਂ ਪੀੜਤ ਤੇ ਦੁਖੀ ਲੋਕਾਂ ਦੀ ਜਿਹੜੇ ਹਿੰਦੂ ਕੱਟੜਪੰਥੀਆਂ ਦੇ ਸਤਾਏ ਹੋਏ ਸੀ ਉਹਨਾਂ ਦੇ ਨਾਲ ਠੋਕ ਵਜਾ ਕੇ ਖੜ ਕੇ ਇਹ ਨਹੀਂ ਕਿਹਾ ਹੈਗਾ ਵੀ ਲਾਓ ਹੱਥ ਕਿਹੜਾ ਲਾਉਂਦਾ ਇਹਨਾਂ ਨੂੰ। ਤੇ ਜੇ ਅੱਜ ਵੀ ਹੁਣ ਵੀ ਪੰਜਾਬ ਦੇ ਵਿੱਚ ਇੱਥੇ ਮਾਹੌਲ ਤੁਸੀਂ ਦੇਖੋ, ਬਾਦਲ ਦਲ ਦਾ ਮੋਟਾ ਜਿਹਾ ਕੰਮ ਆ ਵੀ ਅਸੀਂ ਤਾਂ ਆਪਦਾ ਸੰਖ ਵਜਾਤਾ ਜੀ, ਅਸੀਂ ਤਾਂ ਕਹਿਤਾ ਸੀ ਤੁਹਾਡੇ ਨਾਲ ਆ ਜੀ, ਕਾਨੂੰਨ ਗਲਤ ਨੇ ਤੇ ਸਾਨੂੰ 2022 'ਚ ਵੋਟਾਂ ਪਾ ਦਿਓ, ਅਸੀਂ ਮਸਲੇ ਹੱਲ ਕਰ ਦਿਆਂਗੇ। ਇਹੋ ਜਿਹੀਆਂ ਗੱਲਾਂ ਹੀ ਰਾਹੁਲ ਗਾਂਧੀ ਕਰਕੇ ਗਿਆ ਪਟਿਆਲੇ ਜਿੱਦਣ ਬੋਲਿਆ ਵੀ ਮੈਨੂੰ 2022 ਦੇ ਵਿੱਚ ਉਹ ਬਣਾ ਦਿਓ ਪ੍ਰਧਾਨ ਮੰਤਰੀ ਤੇ ਅਸੀਂ ਜੀ ਕਾਨੂੰਨ ਐਂ ਕਰ ਦਿਆਂਗੇ। ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਜਾਲ 'ਚ ਫਸਣਾ ਜਾਂ ਨਾ ਫਸਣਾ ਉਹ ਤਾਂ ਚਲੋ ਆਪਦੀ ਮਰਜ਼ੀ ਆ, ਪਰ ਸਾਡਾ ਕੰਮ ਆ ਭਾਈ ਬਲਾਕਾ ਸਿੰਘ ਵਾਂਗੂ ਹੋਕਾ ਦੇ ਕੇ ਸੱਚ ਦੱਸਣਾ। ਅਸੀਂ ਝੂਠ ਝਾੜ ਜਾ ਬੋਲ ਕੇ ਅਸੀਂ ਕਿਹੜਾ ਵੋਟਾਂ 'ਚ ਖੜਨਾ, ਜਾਂ ਅਸੀਂ ਕਿਹੜਾ ਕੋਈ ਕਿਸੇ ਤੋਂ ਕੁਛ ਲਿਖਾ ਕੇ ਕੋਈ ਸਰਟੀਫਿਕੇਟ ਲੈਣਾ ਵੀ ਤੁਸੀਂ ਆਹ ਕੀਤਾ ਤੇ ਉਹ ਕਹਿਣਾ ਨਹੀਂ ਕੀਤਾ। ਸਾਫ਼ ਜੀ ਗੱਲ ਹੈ ਕਿ ਜਿਹੜੇ ਇਹ ਕਾਲੇ ਕਾਨੂੰਨ ਬਣ ਗਏ ਨੇ ਅਬਾਨੀ ਵਰਗਿਆਂ ਨੂੰ, ਅਡਾਨੀ ਵਰਗਿਆਂ ਨੂੰ ਲਾਹਾ ਦੇਣ ਵਾਲੇ, ਪੰਥ ਤੇ ਪੰਜਾਬ ਦੀ ਤਬਾਹੀ ਵਾਲੇ, ਇਹਨਾਂ ਦੇ ਖਿਲਾਫ ਲੜ ਰਹੇ ਲੋਕ ਚਾਹੇ ਇਮਾਨਦਾਰੀ ਨਾਲ ਲੜ ਰਹੇ ਨੇ, ਚਾਹੇ ਬੇਈਮਾਨੀ ਨਾਲ ਲੜ ਰਹੇ ਨੇ, ਚਾਹੇ ਉਹ ਆਪਦੀ ਟੌਰ ਬਣਾਉਣ ਦੇ ਲਈ ਸਿਆਸੀ ਤੌਰ ਤੇ ਬਿਆਨਬਾਜ਼ੀ ਕਰ ਰਹੇ ਨੇ, ਚਾਹੇ ਕੋਈ ਕੁਛ ਵੀ ਕਾਰਨ ਮਰਜ਼ੀ ਕਰ ਰਹੇ ਨੇ। ਇਹਨਾਂ ਦੀ ਗੱਲ ਛੱਡੋ, ਅਸਲ ਵਿੱਚ ਦਿੱਲੀ ਵਾਲਿਆਂ ਦੀ ਮਰਜ਼ੀ ਇਹ ਹੈਗੀ ਆ ਕਿ ਤੁਹਾਨੂੰ ਲੁੱਟਣਾ ਹੈ, ਤੁਹਾਨੂੰ ਪੱਟਣਾ, ਤੁਹਾਨੂੰ ਜਿਉਣ ਜੋਗਾ ਨਹੀਂ ਛੱਡਣਾ। ਤੁਹਾਤੋਂ ਜ਼ਮੀਨਾਂ ਖੋਹਣੀਆਂ ਨੇ ਤੇ ਉਹ ਜ਼ਮੀਨਾਂ ਇਸ ਤਰੀਕੇ ਨਾਲ ਖੋਹਣੀਆਂ ਨੇ ਕਿ ਬਾਅਦ 'ਚ ਤੁਸੀਂ ਕਿਆ ਕਰੋਗੇ ਕਿ ਸਾਤੋਂ ਖੋਹੀਆਂ ਥੋੜ੍ਹੀ ਆ, ਅਸੀਂ ਆਪ ਦੇਤੀਆਂ ਨੇ ਜ਼ਮੀਨਾਂ ਤਾਂ, ਜਦੋਂ ਸਾਨੂੰ ਫਾਇਦਾ ਲੱਗਿਆ ਅਸੀਂ ਦੇਤੀਆਂ। ਉਹ ਜਦੋਂ ਜਿਹੜਾ ਪੰਜਾਬ ਆ ਨਾ ਅੱਜ ਸਾਡੀ ਖੇਤੀ ਦੇ ਆਧਾਰ ਦੇ ਉੱਤੇ ਅਸੀਂ ਸਾਰੇ ਸੰਸਾਰ ਦੇ ਵਿੱਚ ਜਾਣੇ ਜਾਂਦੇ ਆ ਕਿ ਇਹ ਪੰਜਾਬੀ ਕਿਸਾਨ ਹੁੰਦੇ ਆ, ਇਹ ਖੇਤੀ ਆਧਾਰਿਤ ਸਟੇਟ ਵਾ। ਤੇ ਇੱਥੇ ਪੰਜਾਬ ਦੇ ਵਿੱਚ ਸਾਡੇ ਨਾਲ ਜਿਹੜੀ ਕਿਰਤ ਵਾ ਨਾ, ਸਾਡੇ ਇੱਥੇ ਕੋਈ ਇੰਡਸਟਰੀ ਤਾਂ ਉਵੇਂ ਦੀ ਹੈ ਹੀ ਨਹੀਂ, ਲੱਗਣ ਦੇਣੀ ਨਹੀਂ, ਬਾਹਮਣ ਦੇ ਨਾਲ ਲੱਗੀ ਆ ਨਾ ਲੱਗਣੀ ਹੈ। ਪਿੱਛੇ ਜੇ ਇੱਕ ਲਾਲ ਡੇਂਗਾ ਹੋਇਆ ਮਿਜ਼ੋਰਮ ਨਾਗਾਲੈਂਡ ਵਾਲੇ ਪਾਸੇ ਲੀਡਰ, ਉਹ ਕਹਿੰਦਾ ਜੀ ਸਾਡੇ ਤੁਸੀਂ ਇਸ ਤਰ੍ਹਾਂ ਕੋਈ ਵੱਡੀ ਇੰਡਸਟਰੀ ਨਹੀਂ ਲਾਉਂਦੇ, ਸਾਡੇ ਲੋਕਾਂ ਨੂੰ ਕੰਮ ਮਿਲੂਗਾ। ਇਹ ਬਾਹਮਣ ਕਹਿੰਦੇ ਦਿੱਲੀ ਵਾਲੇ ਸਾਰੇ ਜਿਹੜੇ ਇੱਥੇ ਬੈਠਦੇ ਆ ਹਿੰਦੂ ਸਾਮਰਾਜ ਦੇ ਜਿਹੜੇ ਥੰਮ ਨੇ, ਉਹ ਕਹਿੰਦੇ ਜੀ ਉਹ ਬਾਰਡਰ ਸਟੇਟ ਆ, ਉੱਥੇ ਜੀ ਇੱਦਾਂ ਖਤਰਾ ਰਹਿੰਦਾ, ਜੰਗ ਮਾਹੌਲ, ਚਾਈਨਾ ਵਾ ਉੱਧਰ ਫਲਾਨਾ ਆ। ਉਹ ਕਹਿੰਦਾ ਵੀ ਜੇਕਰ ਸਾਡੇ ਸੂਬੇ ਦੀ ਤੁਸੀਂ ਰਾਖੀ ਵੀ ਨਹੀਂ ਕਰ ਸਕਦੇ ਫਿਰ ਸਾਨੂੰ ਰੱਖਿਆ ਕਾਹਤੋਂ ਆ ਨਾਲ, ਸਾਨੂੰ ਪਾਸੇ ਕਰੋ, ਅਸੀਂ ਆਪਦਾ ਆਪੇ ਜੋ ਕੁਛ ਮਰਜ਼ੀ ਕਰੀਏ। ਇਹੀ ਗੱਲ ਪੰਜਾਬ ਦੀ ਹੈ। ਪੰਜਾਬ ਦੇ ਵਿੱਚ ਕੋਈ ਵੱਡੀ ਇੰਡਸਟਰੀ, ਵੱਡੀ ਸਨਅਤ ਜਾਂ ਤਾਂ ਲੱਗੀ ਹੋਈ ਨਹੀਂ, ਜੇ ਲੱਗੀ ਆ ਤਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਸਾਡੇ, ਮੈਂ ਪੁਤਲੀ ਘਰ ਵਾਲੇ ਇਲਾਕੇ ਵਿੱਚ ਜਦੋਂ ਜਾਂਦਾ, ਥਾਂ ਥਾਂ 'ਤੇ ਵੱਡੀਆਂ ਛੋਟੀਆਂ ਹਜ਼ਾਰਾਂ ਫੈਕਟਰੀਆਂ ਬੰਦ ਪਈਆਂ ਨੇ। ਜਦੋਂ ਪੁੱਛੀਦਾ ਉਹ ਕਹਿੰਦੇ ਜਿੱਥੇ ਕਾਮਰੇਡ ਹੁੰਦਾ ਸੀਗਾ ਸਤਪਾਲ ਡਾਂਗ, ਉਹਨੇ ਹੜਤਾਲਾਂ ਕਰਾ ਕੇ ਸਾਡਾ ਝੁੱਗਾ ਚੌੜ ਕਰਤਾ, ਸਾਰੀਆਂ ਫੈਕਟਰੀਆਂ ਭੱਜ ਗਈਆਂ ਇੱਥੋਂ। ਹਿਮਾਚਲ ਹਰਿਆਣੇ ਦੇ ਵਿੱਚ ਤੇ ਹੋਰਨਾਂ ਸੂਬਿਆਂ ਨੂੰ ਸਹੂਲਤਾਂ ਦੇ ਕੇ ਉੱਥੇ ਦਾ ਫਿਰ ਇੰਡਸਟਰੀ ਲਾਈ ਗਈ ਆ, ਪੰਜਾਬ 'ਚ ਕੋਈ ਇੰਡਸਟਰੀ ਨਹੀਂ। ਪੰਜਾਬ ਦੇ ਵਿੱਚ ਕੰਮ ਹੈ ਹੀ ਨਹੀਂ। ਇੱਥੋਂ ਦਾ ਹਰੇਕ ਮੁੰਡਾ, ਹਰੇਕ ਕੁੜੀ, ਹਰੇਕ ਪਿੰਡ ਦੇ ਵਿੱਚ 300 ਤੋਂ ਲੈ ਕੇ 1000 ਬੰਦੇ ਦੇ ਵਿਚਾਲੇ ਇਹੋ ਜਿਹਾ ਮਾਲ, ਇਹੋ ਜਿਹਾ ਤਿਆਰ ਬਰ ਤਿਆਰ ਮਾਲ ਪਿਆ ਵਾ ਜਿਹਨੂੰ ਕੰਮ ਚਾਹੀਦਾ, ਪਰ ਕੰਮ ਇੱਥੇ ਯੂਪੀ ਬਿਹਾਰ ਦੇ ਭਈਆਂ ਲਈ ਤਾਂ ਹੈਗਾ, ਪੰਜਾਬੀਆਂ ਲਈ ਕੰਮ ਕੋਈ ਨਹੀਂ। ਪੰਜਾਬ ਨੂੰ ਬੋਲੀ ਦੇ ਆਧਾਰ 'ਤੇ ਮਾਰਿਆ ਜਾ ਰਿਹਾ। ਪੰਜਾਬ ਨੂੰ ਸਿੱਖਾਂ ਦੀ ਜਿਹੜੀ ਪਛਾਣ ਆ ਕਿ ਸਿੱਖ ਸਟੇਟ ਆ, ਪੱਗ ਦਾੜੇ ਵਾਲਾਂ ਦੀ ਸਟੇਟ ਆ,
ਉਸ ਪਛਾਣ ਨੂੰ ਰੋਲਿਆ ਜਾ ਰਿਹਾ। ਤੇ ਜਦੋਂ ਜਿਵੇਂ ਕਹਿੰਦੇ ਹੁੰਦੇ ਆ, ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਜਦੋਂ ਆਪਣੇ ਕੋਲੇ ਜ਼ਮੀਨਾਂ ਜਾਇਦਾਦਾਂ ਹੀ ਨਹੀਂ ਰਹਿਣੀਆਂ ਤਾਂ ਫਿਰ ਆਪਾਂ ਪਿੱਛੇ ਬਚਣਾ ਕੀ ਆਪਣੇ ਕੋਲ। ਤੇ ਉਹ ਟੌਰ ਟੂਰ ਫਿਰ ਸਾਰੀ ਖਤਮ ਆ, ਜਿਹੜੀ ਅੱਜ ਆਪਾਂ ਮਤਲਬ ਹਜੇ ਮਾੜੀ ਮੋਟੀ ਫੇਰ ਵੀ ਗੁਰੂ ਆਸਰੇ ਰੱਖੀ ਬੈਠੇ ਆ। ਆ ਜਿਹੜੇ ਬਾਦਲਕਿਆਂ ਦੀਆਂ ਤੇ ਕੈਪਟਨਕਿਆਂ ਦੀਆਂ ਰੈਲੀਆਂ 'ਚ ਵੱਡੀਆਂ ਵੱਡੀਆਂ ਗੱਡੀਆਂ ਭਜਾਈ ਫਿਰਦੇ ਆ ਨਾ, ਇਹਨਾਂ ਨੂੰ ਇੱਕ ਬੇਨਤੀ ਆ ਵੀ ਭਾਈ ਸਾਹਿਬ ਜੀ, ਐਵੇਂ ਵਾਲੇ ਚੌੜੇ ਜਿਹੇ ਹੋ ਕੇ ਇਹਨਾਂ ਲੀਡਰਾਂ ਦੇ ਮਗਰ ਆਪਦਾ ਢੁੰਮ-ਢੁਮਾਜਾ ਨਾ ਕਰਦੇ ਫਿਰੋ। ਜੇਕਰ ਜਿਹੜਾ ਕੁਝ ਬਾਹਮਣ ਚਾਹੁੰਦਾ ਜੇ ਉਵੇਂ ਦਾ ਉਵੇਂ ਹੋ ਗਿਆ ਨਾ, ਆ ਗੱਡੀਆਂ 'ਚ ਤੇਲ ਪਾਉਣ ਨੂੰ ਪੈਸੇ ਨਹੀਂ ਹੋਣੇ। ਆ ਜਿਹੜੀਆਂ ਕੋਠੀਆਂ ਏਡੀਆਂ ਨੇ, ਇਹਨਾਂ ਦੀਆਂ ਛੱਤਾਂ ਡਿੱਗਣਗੀਆਂ, ਦੀਵਾਨੀ ਨਹੀਂ ਹੋਣੀ, ਕੋਲੇ ਸੀਮੈਂਟ ਦਾ ਚਮਚਾ ਲਾਉਣ ਜੋਗੇ ਪੈਸੇ ਨਹੀਂ ਹੋਣੇ। ਜਦੋਂ ਕੌਮਾਂ ਘਿਰ ਜਾਂਦੀਆਂ ਨੇ, ਜਦੋਂ ਕੌਮਾਂ ਮਰਨ ਵਾਲੇ ਰਾਹ ਤੁਰਦੀਆਂ ਨੇ, ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ ਵੀ ਭੇਡਾਂ ਬੱਕਰੀਆਂ ਨੂੰ ਵੀ ਜੇ ਲੈ ਕੇ ਜਾਂਦੇ ਹੋਣ ਨਾ, ਤਾਂ ਜਿਹੜਾ ਕਸਾਈ ਖਾਨਾ ਹੁੰਦਾ, ਬੁੱਚੜਖਾਨਾ, ਉਹਦੇ ਨੇੜੇ ਜਾ ਕੇ ਉਹਨਾਂ ਨੂੰ ਸਮਝ ਲੱਗ ਜਾਂਦੀ ਆ ਤੇ ਆਪਦੇ ਬਚਾਅ ਲਈ ਹੱਥ ਪੱਲਿਆ ਮਾਰਦੀਆਂ। ਪਰ ਕਹਿੰਦਾ ਧੰਨ ਦੇ ਨੇ ਸਿੱਖ, ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ, ਜਿਨ੍ਹਾਂ ਨੂੰ ਲੀਡਰ ਅੰਨੇ ਖੂਹ ਵੱਲ ਨੂੰ ਧੱਕੀ ਲਈ ਜਾਂਦੇ ਆ, ਬੁੱਚੜਖਾਨੇ ਵੱਲ ਨੂੰ। ਭਾਰਤ ਮਾਤਾ ਕੀ ਜੈ ਕਹਿੰਦੇ ਹੋਏ ਉਸ ਲੀਡਰ ਦੀ, ਉਹਨਾਂ ਦੀ ਜਿੰਦਾਬਾਦ ਕਰਦੇ ਰਹਿੰਦੇ। ਅੱਧਿਆਂ ਨੂੰ ਆਪਾਂ ਨੂੰ ਚਾਅ ਚੜਿਆ ਹੈ ਵੀ ਕਾਂਗਰਸ ਜਿੰਦਾਬਾਦ, ਅੱਧਿਆਂ ਨੂੰ ਚੜਿਆ ਹੈ ਬਾਦਲ ਜਿੰਦਾਬਾਦ। ਅਸਲ ਵਿੱਚ ਆਪਾਂ ਭੁੱਲ ਰਹੇ ਹਾਂ ਕਿ ਇਹਨਾਂ ਨੇ ਤਾਂ ਬਾਰੀ ਬੰਨੀ ਹੋਈ ਆ। ਜਦੋਂ ਕੈਪਟਨ ਦਾ ਰਾਜ ਹੁੰਦਾ ਉਦੋਂ ਬਾਦਲਕਿਆਂ ਦੇ ਨਜ਼ਾਰੇ ਹੁੰਦੇ ਆ, ਤੇ ਬਾਦਲਕਿਆਂ ਦਾ ਰਾਜ ਹੁੰਦਾ ਕੈਪਟਨਕਿਆਂ ਦੇ ਨਜ਼ਾਰੇ ਹੁੰਦੇ। ਇਹਨਾਂ ਨੂੰ ਕੋਈ ਮਤਲਬ ਨਹੀਂ ਪੰਥ ਅਤੇ ਪੰਜਾਬ ਬਚਦਾ ਕਿ ਮਰਦਾ। ਇਹਨਾਂ ਨੇ ਤਾਂ 5 ਸਾਲਾਂ ਦੀ ਸੱਤਾ ਭੋਗਣੀ ਹੁੰਦੀ ਆ, ਵੀ ਇੱਕ ਵਾਰੀ ਕਿਸੇ ਤਰੀਕੇ ਨਾਲ ਝੂਠ ਤੂਫਾਨ ਬੋਲ ਕੇ ਇੱਕ ਵਾਰੀ ਸੱਤਾ ਹੱਥ ਥੱਲੇ ਆ ਜੀ। ਜਿਹੜੇ ਬੰਦੇ ਇਹਨਾਂ ਤੇ ਯਕੀਨ ਕਰਦੇ ਆ, ਉਹ ਮੈਂ ਕਹਿੰਦਾ ਉਹਨਾਂ ਨਾਲੋਂ ਤਾਂ ਵੱਡਾ ਬੇਵਕੂਫ ਹੀ ਕੋਈ ਨਹੀਂ। ਇਹਨਾਂ ਤੋਂ ਕੋਈ ਮਾੜਾ ਮੋਟਾ ਲਾਹਾ ਲੂਹਾ ਲਿਆ ਜਾ ਸਕਦਾ ਵਾ, ਬਈ ਜਦੋਂ ਕੋਈ ਬਿਜਲੀ ਦੀ ਕੁੰਡੀ ਫੜੀ ਗਈ, ਜਾਂ ਮੁੰਡਾ ਲੜ ਪਿਆ, ਜਾਂ ਕੋਈ ਹੋਰ ਸਿਆਪਾ ਖੜਾ, ਮਾੜਾ ਮੋਟਾ ਘਰੇਲੂ ਖੜਾ ਹੋ ਗਿਆ, ਉੱਥੇ ਤੁਹਾਡੇ ਕੰਮ ਕੋ ਆ ਜਾਣਗੇ ਸਿਆਸੀ ਜਿਹੜੇ ਹੁੰਦੇ ਆ ਲੋਕ ਇਹ। ਪਰ ਜਿਹੜਾ ਪੰਜਾਬ ਨੂੰ ਬਚਾਉਣ ਜਾਂ ਪੰਜਾਬ ਨੂੰ ਮਰਵਾਉਣ ਵਾਲਾ ਪ੍ਰੋਜੈਕਟ ਵਾ, ਉਹਦੇ ਵਿੱਚ ਇਹ ਪੰਜਾਬ ਨੂੰ ਮਰਵਾਉਣ ਵਾਲੀ ਧਿਰ ਦਾ ਹਿੱਸਾ ਤਾਂ ਬਣ ਸਕਦੇ ਆ। ਕਿਉਂਕਿ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀਗੇ ਬਈ ਸਾਧ ਸੰਗਤ ਜੀ, ਜਿਹੜੇ ਤੁਸੀਂ ਮੂਹਰੇ ਬੈਠੇ ਹੋ ਨਾ, ਜਿਹੜੇ ਪੰਡਾਲ 'ਚ ਬੈਠੇ ਹੋ, ਤੁਸੀਂ ਕਦੇ ਧੋਖਾ ਨਹੀਂ ਦਿੱਤਾ। ਤੇ ਆਹ ਉੱਪਰ ਜਿਹੜੇ ਲੀਡਰ ਬਣੇ ਬੈਠੇ ਆ ਸਾਡੀ ਕੌਮ ਦੇ, ਇਹ ਉਹ ਨੇ ਜਿਨ੍ਹਾਂ ਨੇ ਕਦੇ ਧੋਖਾ ਕਰਨ ਲੱਗਿਆ ਸ਼ਰਮ ਨਹੀਂ ਕੀਤੀ। ਇਹ ਸਾਰੇ ਦੇ ਸਾਰੇ ਲੀਡਰ ਜਿਨ੍ਹਾਂ ਦੇ ਉੱਤੇ ਯਕੀਨ ਕਰਕੇ ਆਪਾਂ ਆਪਦੇ ਆਪ ਨੂੰ ਸਮਝਦੇ ਹਾਂ ਵੀ ਅਸੀਂ ਬੜੇ ਸਿਆਣੇ ਆ ਜੀ, ਸਾਡੇ ਲੀਡਰ ਬੜਾ ਗੱਲ ਕਰੇ ਆਉਣਗੇ, ਕੁਛ ਨਹੀਂ ਬਣਨਾ। ਦੂਜੀ ਜਿਹੜੀ ਬੇਨਤੀ ਆ ਕਿ ਕਿਸਾਨ ਜਥੇਬੰਦੀਆਂ ਨੂੰ, ਲੋਕਾਂ ਨੂੰ ਸੁਨੇਹਾ ਮਿਲਿਆ ਕਿ ਆਓ ਜੀ ਦਿੱਲੀ ਬਹਿ ਕੇ ਗੱਲ ਕਰਦੇ ਆ। ਕਾਹਦੇ ਲਈ ਗੱਲ ਕਰਨੀ ਆ? ਤੁਹਾਨੂੰ ਇਹ ਸਮਝਾਉਣ ਲਈ ਵੀ ਇਹ ਬਹੁਤ ਵਧੀਆ ਕਾਨੂੰਨ ਨੇ। ਉਹਨਾਂ ਨੇ ਪਿੱਛੇ ਨਹੀਂ ਮੁੜਨਾ। ਜਿੱਦਣ ਅੱਜ ਤਾਂ ਹੁਣ ਲੋਕਾਂ ਨੂੰ ਅੱਜ ਗੱਲਾਂ ਮੇਰੀਆਂ ਕੌੜੀਆਂ ਲੱਗਣਗੀਆਂ, ਮਾੜੀਆਂ ਲੱਗਣਗੀਆਂ, ਪਰ ਬਾਅਦ 'ਚ ਅਗਲਾ ਕਹਿੰਦਾ ਜਾਂ ਤੁਸੀਂ ਮੌਕੇ ਸਿਰ ਤਾਂ ਬੋਲੇ ਨਹੀਂ ਗਏ, ਤੁਹਾਡੀ ਜੀ ਬਿਦਵਤਾ ਸੀ ਕਿ ਚੱਟਣੀ ਆ ਜੇ ਤੁਸੀਂ ਮੌਕੇ ਸਿਰ ਗੱਲ ਨਹੀਂ ਦੱਸਣੀ। ਸੋ ਸੱਜਣ ਪਿਆਰਿਓ, ਮੌਕੇ ਸਿਰ ਤੁਹਾਨੂੰ ਦੱਸ ਰਹੇ ਆ, ਉਹਨਾਂ ਨੇ ਜਿਹੜਾ ਮੇਨ ਥੀਮ ਆ ਉਹਨਾਂ ਦਾ, ਉਹ ਕਦਾਚਿਤ ਨਹੀਂ ਬਦਲਣਾ। ਇਹ ਕਾਲੇ ਕਾਨੂੰਨ ਜਿਸ ਮਕਸਦ ਲਈ ਬਣਾਏ ਗਏ ਆ ਕਿ ਲੋਕਾਂ ਤੋਂ ਜ਼ਮੀਨਾਂ ਜਾਇਦਾਦਾਂ ਖੋਹਣੀਆਂ ਨੇ, ਉਸ ਮਕਸਦ ਨੂੰ ਪੂਰਾ ਕਰਨ ਦੇ ਰਾਹ ਵਿੱਚ ਜਿੱਥੇ ਜਿੱਥੇ ਮਾੜਾ ਮੋਟਾ ਉਹਨਾਂ ਨੂੰ ਝੁਕਣਾ ਪਿਆ ਝੁਕ ਲੈਣਗੇ, ਲਿਖਣਾ ਪਿਆ ਲਿਖ ਲੈਣਗੇ। ਪਰ ਜਿਹੜੀ ਬੇਈਮਾਨੀ ਆ, ਜਿਹੜੀ ਦਿਲ ਵਿੱਚ ਉਹਨਾਂ ਦੇ ਖੋਟ ਆ, ਉਹ ਜਿਹੜਾ ਕਪਟ ਵਾ, ਜਿਹੜਾ ਪਾਪ ਆ, ਉਹ ਬਿਲਕੁਲ ਨਹੀਂ ਉਹ ਤਿਆਗਣ ਲੱਗੇ। ਹਾਂ, ਆ ਜਿਹੜੇ ਕਹਿੰਦੇ ਆ ਜੀ ਐਂ ਹੋ ਜੂ MSP, ਉਹ ਭਾਈ ਆ ਸਾਡੇ MSP ਤੇ ਜਿਹੜਾ ਪਹਿਲਾਂ ਆਈਆਂ ਹੋਈਆਂ ਜਿਨ੍ਹਾਂ ਚੀਜ਼ਾਂ ਦਾ ਜਿਹੜਾ ਮਿਲਿਆ ਹੋਇਆ ਸਾਨੂੰ ਰੇਟ, ਉਹਦਾ ਮਿਲਦਾ ਵਾ। ਜਿਹੜੀ ਮਿਨੀਮਮ ਪ੍ਰਾਈਸ ਜਿਹੜੀ ਨਿਰਧਾਰਤ ਕੀਤੀ ਹੁੰਦੀ ਹੈ, ਅੱਜ ਤੱਕ ਕਦੇ ਮਿਲਿਆ? ਜਿਹੜਾ ਹੁਣ ਆਪਾਂ ਲੱਗੇ ਹੋਏ ਆ ਕਈਆਂ ਦੇ ਲੀਡਰਾਂ ਦੇ ਮਗਰ ਲੱਗ ਕੇ ਕਿ ਜੀ ਸਾਨੂੰ ਤੁਸੀਂ ਉਹ ਦੇ ਦਿਓ, ਅਸੀਂ ਦੇਖ ਲਾਂਗੇ। ਉਹ ਜਿਹੜਾ ਪਹਿਲੋਂ ਕਦੇ ਨਹੀਂ ਮਿਲਿਆ, ਜਿਹੜਾ ਹੁਣ ਨਹੀਂ ਮਿਲ ਰਿਹਾ, ਉਹਦੀ ਗਾਹਾਂ ਕਾਹਦੀ ਗਰੰਟੀ? ਲੀਡਰਾਂ ਦੇ ਕਾਹਦੇ ਹੁੰਦੇ ਆ? ਆਹ ਕੈਪਟਨ ਦਾ ਇੱਥੇ ਅਸੀਂ 36,000 ਵਾਰ ਦੇਖਿਆ ਗੁਰੂ ਗ੍ਰੰਥ ਸਾਹਿਬ ਦਾ ਗੁਟਕਾ ਸਾਹਿਬ ਦੀ ਸਹੁੰ ਖਾਂਦਾ ਹੋਇਆ, ਮੁੱਕਰਦਾ ਹੋਇਆ। ਲੀਡਰਾਂ ਦੀ ਕਾਹਦੀ ਗੱਲ ਹੁੰਦੀ ਹੈ ਜੇ ਤਾਂ ਮਿੰਟ 'ਚ ਨਹੀਂ ਮੁੱਕਰ ਜਾਂਦੇ ਨੇ। ਆ ਜਿਹੜੇ ਹੈਗੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਹੋਰ ਸਾਰਾ ਲੌਂਗਲਾਣਾ, 1996-97 ਦੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨਾਂ ਹੋਣੀਆਂ ਸੀਗੀਆਂ, ਫਰਵਰੀ 97 ਦੇ ਵਿੱਚ, ਅਸੀਂ ਇਹਨਾਂ ਨੂੰ ਦੇਖਣਾ। ਇਹਨਾਂ ਨੇ ਹਰ ਥਾਂ ਦੇ ਉੱਤੇ ਖੜ ਕੇ ਇੱਕੋ ਗੱਲ ਕਹਿਣੀ ਕਿ ਇੱਕ ਵਾਰੀ ਬਸ ਤੁਸੀਂ ਸਰਕਾਰ ਬਣਾ ਦਿਓ, ਤੇ ਜਿੱਦਣ ਸਰਕਾਰ ਬਣ ਗਈ ਉਧਰ ਸਹੁੰ ਚੱਕਣੀ ਆ। ਜਿੰਨੇ ਮੁੰਡੇ ਪੰਜਾਬ ਦੇ ਬੇਦੋਸ਼ੇ ਫੜ ਕੇ ਅੰਦਰ ਤੁੰਨੇ ਹੋਏ ਆ, ਉਹਨਾਂ ਸਾਰਿਆਂ ਨੂੰ ਆਥਣ ਨੂੰ ਬਾਹਰ ਕੱਢ ਦੇਣਾ। ਇੱਕ ਬੁੱਚੜ ਤੇ ਜ਼ਾਲਮ ਜਿਹੜੇ ਪੁਲਸੀਏ ਨੇ, ਇਹਨਾਂ ਨੂੰ ਫੜ ਕੇ ਅੰਦਰ ਕਰਾਂਗੇ ਜਿਨ੍ਹਾਂ ਨੇ ਝੂਠੇ ਮੁਕੱਦਮੇ ਬਣਾਏ। ਇੱਕ ਅਸੀਂ ਜਾਂਚ ਕਮਿਸ਼ਨ ਬਣਾਵਾਂਗੇ ਪੰਜਾਬ ਦੇ ਵਿੱਚ ਜੋ ਕੁਝ ਹੋਇਆ, ਜਿਹੜੇ ਦੇ ਅਸਲ ਦੋਸ਼ੀ ਅਸਲ ਗੁਨਾਹਗਾਰ ਆ, ਉਹਨਾਂ ਦਾ ਨਿਤਾਰਾ ਕਰਾਂਗੇ। ਇਹੋ ਜਿਹੀਆਂ ਵੱਡੀਆਂ ਵੱਡੀਆਂ ਅਸੀਂ ਕਮਿਟਮੈਂਟਾਂ, ਵਾਅਦੇ, ਵਚਨ, ਪਰਨ, ਸੌਹਾਂ ਇਹਨਾਂ ਦੀਆਂ ਸੁਣੀਆਂ।
ਤੇ ਅਸੀਂ ਚੌੜੇ ਹੋਏ ਫਿਰਦੇ। ਮੈਂ ਅਸੀਂ ਖੁਦ ਨਾਲ ਰਹੇ ਹਾਂ। ਅਸੀਂ ਆਪਦੇ ਹਲਕੇ ਦੇ ਵਿੱਚ, ਹਲਕੇ ਤੋਂ ਕੀ ਜਿੱਥੇ ਵੀ ਸਾਨੂੰ ਕੋਈ ਰਿਸ਼ਤੇਦਾਰ, ਵੈਸੇ ਤਾਂ ਉੱਦਾਂ ਹੀ ਕਾਂਗਰਸ ਨਾਲ ਨਫ਼ਰਤ ਸੀ, ਨਾ ਇਸ ਗੱਲ 'ਚ ਕੋਈ ਯਕੀਨ ਸੀਗਾ ਕਿ ਭਾਰਤੀ ਤੰਤਰ, ਪਰ ਜਿਵੇਂ ਇੱਕ ਮਨ 'ਚ ਆਉਂਦੀ ਹੈ ਗੱਲ ਵੀ ਸ਼ਾਇਦ ਕੋਈ ਗੱਲ ਬਣ ਜਾਵੇ। ਐਡਾ ਵੱਡਾ 1978 ਤੋਂ ਸਿੱਖਾਂ ਦਾ ਕਤਲੇਆਮ ਹੋਇਆ, ਇਹ ਨੀਲੀਆਂ ਪੱਗਾਂ ਬੰਨ੍ਹਦੇ ਆ, ਐਡੇ ਐਡੇ ਲੀਡਰ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਹੋਰ ਵੱਡੇ ਵੱਡੇ ਲੀਡਰ ਸੀ। ਅਸੀਂ ਇਹਨਾਂ 'ਤੇ ਯਕੀਨ ਕੀਤਾ ਤੇ ਇਹ ਸਾਫ਼ ਮੁੱਕਰ ਗਏ। ਜਦੋਂ ਬਾਦਲ ਸਾਹਿਬ ਕੋਲੇ ਇਕੱਠੇ ਹੋ ਕੇ ਸਿੱਖ ਲੀਡਰ ਗਏ ਆ ਬਾਅਦ 'ਚ, ਤਾਂ ਬਾਦਲ ਸਾਹਿਬ ਕਹਿੰਦੇ ਛੱਡੋ ਜੀ ਉਹ ਪੁਰਾਣੀਆਂ ਗੱਲਾਂ ਜੀ, ਹੁਣ ਕਾਹਨੂੰ ਉਜੜੀਆਂ ਕੱਢਾਂ ਜੀ ਛੇੜਾਂਗੇ, ਐ ਹੋ ਜੂ ਫਲਾਣ ਹੋ ਜੂ ਜੀ, ਮਾਹੌਲ ਖਰਾਬ ਹੋਊਗਾ। ਹੈਰਾਨੀ ਉਦਣ ਹੋਈ ਜਿੱਦਣ ਪੰਜਾਬ ਦੇ ਬੁੱਚੜ ਪੁਲਿਸੀਏ ਉਹਨਾਂ ਨੇ ਇੱਥੇ ਜਲੰਧਰ 'ਚ ਪ੍ਰੈਸ ਕਾਨਫਰੰਸ ਕੀਤੀ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਜੀ ਇਹਨਾਂ ਸਾਰੇ ਜ਼ਾਲਮ ਤੇ ਬੁੱਚੜ ਪੁਲਿਸੀਆਂ ਦੇ ਜਿਹੜੇ ਕੇਸ ਉੱਤੇ ਬਣੇ ਨੇ, ਇਹਨਾਂ ਸਾਰਿਆਂ ਦੀ ਪੈਰਵਾਈ ਪੰਜਾਬ ਸਰਕਾਰ ਕਰੂਗੀ। ਅਸੀਂ ਉੱਥੇ ਲੱਭਦੇ ਫਿਰੀਏ ਵੀ ਜਿਨ੍ਹਾਂ ਨੇ ਸਾਡੇ ਛਿੱਤਰ ਫੇਰਿਆ ਪੁਲਿਸ ਨੇ, ਉਹਨਾਂ 'ਤੇ ਕਾਰਵਾਈ ਹੋਊਗੀ, ਤੇ ਜਿਹੜੀ ਅਸੀਂ ਸਰਕਾਰ ਬਣਾਈ ਉਹ ਸਾਡੇ ਖਿਲਾਫ ਭੁਗਤੀ, ਉਹ ਉਹਨਾਂ ਜ਼ਾਲਮ ਪੁਲਿਸੀਆਂ ਦੇ ਹੱਕ 'ਚ ਭੁਗਤੀ ਸੀ ਜਿਹੜੇ KPS ਗਿੱਲ ਦੇ ਝੰਡੇ ਹੇਠ ਖੜ੍ਹ ਕੇ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਨਜਾਇਜ਼ ਕਰਦੇ ਰਹੇ, ਸਾਡੇ ਬੇਦੋਸ਼ੇ ਭਰਾਵਾਂ ਦਾ ਕਤਲੇਆਮ ਕਰਦੇ ਰਹੇ ਸੀ। ਤੇ ਜਿਹੜੇ ਉਸ ਦੌਰ ਦੇ ਵਿੱਚ ਜਦੋਂ ਕਿ ਅਸੀਂ ਸਮਝਦੇ ਸੀ ਕਿ ਹੁਣ ਨਹੀਂ ਸਾਡੇ ਝੂਠੇ ਮੁਕਾਬਲੇ ਬਣਨਗੇ, ਹੁਸ਼ਿਆਰਪੁਰ ਨੂੰ ਜਾਈਏ ਤਾਂ ਇੱਕ ਪੰਡੋਰੀ ਰਕਮਾਨ ਪਿੰਡ ਆਉਂਦਾ, ਉੱਥੇ ਕਸ਼ਮੀਰ ਸਿੰਘ ਸੀਗਾ ਮੁੰਡਾ, ਉਹਦੇ ਘਰੇ ਜਾ ਕੇ ਠਾਹ ਗੋਲੀਆਂ ਮਾਰ ਕੇ ਇਹਨਾਂ ਨੇ ਝੂਠਾ ਮੁਕਾਬਲਾ ਉਹਦੇ ਘਰਾਂ 'ਚ ਘਰੇ ਬਣਾਇਆ ਸੀ, ਬਾਦਲ ਦੇ ਰਾਜ ਵਿੱਚ ਬਣਾਇਆ ਸੀ। ਫਿਰ ਜਦੋਂ ਆ ਦੁਬਾਰਾ 10 ਸਾਲ ਦਾ ਰਾਜ ਆਇਆ ਬਾਦਲ ਦਾ, ਫਿਰ ਤਾਂ ਹੱਦ ਹੀ ਹੋ ਗਈ। ਫਿਰ ਤਾਂ ਸੈਣੀ ਦੀ ਕਮਾਂਡ ਹੇਠ ਜਦੋਂ ਆਲਮ ਵਰਗੇ ਬੁੱਚੜਾਂ ਨੂੰ, ਜਿਨ੍ਹਾਂ ਨੇ ਸਾਡਾ ਘਾਣ ਕੀਤਾ ਸੀ, ਉਹਨਾਂ ਨੂੰ ਇੰਨੇ ਅਹੁਦੇ ਦੇ ਦਿੱਤੇ, ਫਿਰ ਤਾਂ ਹੱਦ ਹੀ ਹੋ ਗਈ। ਕਦੇ ਕੋਈ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਉਹਨੂੰ ਗੋਲੀ ਮਾਰੀ ਜਾ ਰਹੀ ਆ, ਤੇ ਪੁਲਿਸ ਵਾਲਿਆਂ ਨੂੰ, ਜ਼ਾਲਮਾਂ ਨੂੰ ਬਚਾਉਣ ਲਈ ਸਾਰਾ ਬਾਦਲ ਪਰਿਵਾਰ ਡਟਿਆ ਹੁੰਦਾ ਸੀ। ਜਿਹੜੇ ਅਕਾਲੀਆਂ ਨੂੰ, ਨੀਲੀ ਪੱਗ ਵਾਲਿਆਂ ਨੂੰ ਆਪਦੇ ਭਰਾ ਮੰਨ ਕੇ ਵੀ ਠੀਕ ਆ, ਚਲੋ ਅਸੀਂ ਆਪਦੇ ਤਰੀਕੇ ਨਾਲ ਲੜੇ ਆ ਪੰਥ ਦੀ ਲੜਾਈ, ਇਹ ਵੀ ਪੰਥਕ ਹੀ ਨੇ, ਅਸੀਂ ਤਾਂ ਵੋਟਾਂ 'ਚ ਖੜਨਾ ਨਹੀਂ, MLA MP ਬਣਨਾ ਨਹੀਂ, ਇਹਨਾਂ ਨੂੰ ਸ਼ੌਂਕ ਆ ਸਰਕਾਰ ਬਣਾ ਕੇ ਇਹ ਵਾਅਦਾ ਕਰਦੇ ਨੇ ਕਿ ਅਸੀਂ ਸਜ਼ਾਵਾਂ ਦੇਵਾਂਗੇ। ਇਹਨਾਂ ਨੇ ਉਹਨਾਂ ਸਾਰੇ ਜ਼ਾਲਮਾਂ ਨੂੰ ਆਪਦਾ ਗਲ ਦਾ ਹਾਰ ਬਣਾ ਲਿਆ, ਤੇ ਪੰਥਦਰਦੀ ਦਾ ਕੋਈ ਕੋਲ ਦੀ ਨਹੀਂ ਨਿਕਲ ਦਿੰਦੇ ਸੀ ਕਿਸੇ ਨੂੰ। ਸੋ ਇਹਨਾਂ ਲੋਕਾਂ ਦੇ ਉੱਤੇ ਯਕੀਨ ਕਰਨਾ, ਆਪਦੇ ਇੱਕ ਸੱਪ ਉੱਤੇ ਯਕੀਨ ਕੀਤਾ ਜਾ ਸਕਦਾ, ਪਰ ਸਿਆਸੀ ਬੰਦਿਆਂ ਉੱਤੇ ਯਕੀਨ ਨਾ ਕਰੇ, ਚਾਹੇ ਉਹ ਸਿਆਸੀ ਬੰਦਾ ਕਿਸੇ ਵੀ ਜਮਾਤ ਦਾ। ਪਰ ਜਿਹੜੇ ਆਹ ਹਿੰਦੂ ਕੱਟੜਪੰਥੀ ਨੇ, ਜਿਹੜੇ ਕਹਿੰਦੇ ਆ ਕਿ ਆਓ ਸਾਡੇ ਨਾਲ ਬਹਿ ਕੇ ਗੱਲ ਕਰੋ, ਗੱਲ ਕਰਨ ਜਾਓ, ਪਰ ਉੱਥੇ ਠੋਕ ਵਜਾ ਕੇ ਇੱਕੋ ਗੱਲ, ਜਿਹੜੀਆਂ ਜਥੇਬੰਦੀਆਂ ਦੇ ਲੀਡਰਾਂ ਨੇ ਕੱਲ੍ਹ ਵੀ ਇਕੱਠ ਕੀਤਾ, ਪਰਸੋਂ ਵੀ ਇਕੱਠ ਕੀਤਾ, ਹੁਣ ਉਹ ਆਇਆ ਨਵਾਂ ਸੁਨੇਹਾ, ਜਾਣਾ ਚਾਹੀਦਾ, ਪਰ ਕਹਿਣ ਕੀ ਜਾਣਾ, ਉੱਥੇ ਇੱਕ ਲਾਈਨ ਦੇ ਵਿੱਚ ਹੀ ਹੋਵੇ ਵੀ ਮੋਦੀ ਸਾਹਿਬ ਅਸੀਂ ਕਾਨੂੰਨਾਂ ਉੱਤੇ ਡਿਸਕਸ਼ਨ ਕਰਨ ਨਹੀਂ ਆਏ, ਇਹ ਕਾਨੂੰਨ ਖਤਰਨਾਕ ਨੇ, ਇਹ ਕਾਨੂੰਨ ਸਾਨੂੰ ਮਨਜ਼ੂਰ ਨਹੀਂ, ਇਹ ਕਾਨੂੰਨ ਰੱਦ ਕਰੋ। ਜਿਹੜੀ ਵੀ ਇਹਦੀ ਇੱਕ ਲਾਈਨ, ਦੋ ਲਾਈਨ ਐ ਚੰਗਾ ਉਹ ਚੰਗਾ, ਇਹ ਗੱਲਾਂ 'ਚ ਪੈ ਗਏ ਤਾਂ ਮਾਰੇ ਗਏ। ਕਿਉਂਕਿ ਜਿਹੜਾ ਠੱਗ ਹੁੰਦਾ ਨਾ, ਠੱਗਾਂ ਦੇ ਕੋਡ ਵਰਡ ਹੁੰਦੇ ਆ, ਠੱਗਾਂ ਦੀ ਆਪਦੀ ਵਿੱਦਿਆ ਹੁੰਦੀ ਹੈ, ਉਹ ਠੱਗ ਲੱਗਣ ਐ ਲਾ ਦਿੰਦੇ ਆ ਤਾਂ ਫਾਇਦਾ ਹੀ ਤੇਰਾ ਬੜਾ ਹੋ ਰਿਹਾ, ਪਰ ਲੁੱਟ ਕੇ ਸਭ ਕੁਝ ਲੈ ਜਾਂਦੇ। ਉਵੇਂ ਹੀ ਸਾਡੇ ਪੰਜਾਬੀ ਦੇ ਸਰਮੌਰ ਨਾਵਲਕਾਰ, ਸਾਹਿਤਕਾਰ, ਕਲਾਕਾਰ, ਜੋ ਮਰਜ਼ੀ ਆਪਾਂ ਕਹੀਏ, ਬੜਾ ਸੋਹਣਾ ਚੰਗੀਆਂ ਲਿਖਤਾਂ ਲਿਖ ਕੇ ਗਏ ਨੇ, ਕਈ ਥਾਵਾਂ ਦੇ ਉੱਤੇ ਅਸਹਿਮਤੀ ਦੇ ਬਾਵਜੂਦ। ਮੈਂ ਕਦਰਦਾਨ ਆ ਸਰਦਾਰ ਜਸਵੰਤ ਸਿੰਘ ਜੀ ਕੰਵਲ ਦਾ। ਜਸਵੰਤ ਸਿੰਘ ਕੰਵਲ ਇੱਕ ਗੱਲ ਲਿਖਦੇ ਹੁੰਦੇ ਆਪਦੀਆਂ ਲਿਖਤਾਂ ਦੇ ਵਿੱਚ, ਬਈ ਯਾਰ ਪਚਾਦਾ ਜੇ ਭੱਜਣਾ ਤਾਂ ਭੱਜਲਾ ਨਹੀਂ, ਖਾਧਾ ਹੀ ਖਾਧਾ। ਬਈ ਜੇ ਮਿੱਤਰਾ ਤੈਂ ਕਿਸੇ ਹਿੰਦੂ ਤਵੀ ਸੋਚ ਵਾਲੇ ਨੂੰ ਯਾਰ ਬਣਾ ਲਿਆ ਵਾ, ਦੋਸਤ ਬਣਾ ਲਿਆ ਵਾ, ਫਿਰ ਤੈਨੂੰ ਦੁਸ਼ਮਣ ਦੀ ਲੋੜ ਨਹੀਂ। ਹੁਣ ਤਾਂ ਜੇ ਤੂੰ ਭੱਜ ਹੁੰਦਾ ਭੱਜ ਲਾ, ਨਹੀਂ ਤਾਂ ਫਿਰ ਖਾਧਾ ਹੀ ਖਾਧਾ। ਜਿਹੜੇ ਆ ਅਕਾਲੀਆਂ ਨੂੰ ਵੀ ਅਸੀਂ ਚਾ ਚੜਿਆ ਸੀ ਨਾ, ਬਾਦਲ ਦਲੀਆਂ ਨੂੰ, ਵੀ ਪੰਥ ਨੂੰ ਛੱਡੋ ਜੀ, ਪੰਥ ਦੋਖੀਆਂ ਨੂੰ, ਚਾਹੇ RSS ਵਾਲੇ ਨੇ, ਚਾਹੇ ਬਾਦਲ ਹੁਣੀ ਭਾਜਪਾ ਵਾਲਿਆ, ਇਹਨਾਂ ਨਾਲ ਸਾਂਝ ਪਾਓ। ਤੇ ਅੱਜ 25-30 ਸਾਲ ਬਾਅਦ ਜਦੋਂ ਪੂਰਾ ਭੱਤਾ ਬਣਾ ਕੇ ਇੱਧਰ ਨੂੰ ਤੁਰੇ ਨੇ, ਅੱਜ ਕੋਈ ਮੂੰਹ ਨਹੀਂ ਲਾਉਂਦਾ। ਅੱਜ ਹੁਣ ਬਿਆਨ ਦਿੱਤਾ ਬਾਦਲ ਦਾ, ਸੁਖਬੀਰ ਦਾ ਬਿਆਨ ਆਇਆ, ਅਖੇ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ, ਸ਼੍ਰੋਮਣੀ ਕਮੇਟੀ ਦਾ ਚੋਣਾਂ ਜਦੋਂ ਮਰਜ਼ੀ ਕਰਾ ਲਓ। ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ, ਇਹ ਕਿਉਂ ਕਰਦਾ, ਕਾਹਤੋਂ ਕੀਤੀਆਂ ਜਾਂਦੀਆਂ ਨੇ? ਤੁਸੀਂ ਦੇਖੀ ਚੱਲੋ, ਜੇਕਰ ਪੰਥ ਇਹਨਾਂ ਨੂੰ ਮੂੰਹ ਨਾ ਲਾਵੇ, ਜੇਕਰ ਪੰਜਾਬ ਦੇ ਵਿੱਚ ਇਹਨਾਂ ਦਾ ਬੁਰਾ ਹਾਲ ਇਉਂ ਹੀ ਜਾਰੀ ਰਹੇ ਜਿਵੇਂ ਹੈਗਾ, ਕਿਉਂਕਿ ਇੱਕ ਤਾਂ ਇਹਨਾਂ ਨੂੰ 2017 ਵਾਲੀ ਆ ਜਿਹੜੀ ਇਲੈਕਸ਼ਨ ਹਾਰੀ ਆ, ਉਸ ਤੋਂ ਬਾਅਦ 'ਚ 2019 ਵਾਲੀ ਇਲੈਕਸ਼ਨ 'ਚ ਇਹਨਾਂ ਨੂੰ ਲੋਕਾਂ ਨੇ ਜਰਬਾ ਦਿਖਾਇਆ। ਜੇ ਇੱਕ ਅੱਧੀ ਇਲੈਕਸ਼ਨ ਇਹ ਹੋਰ ਹਾਰ ਜਾਣ, ਮੈਂ ਨਹੀਂ ਕਹਿੰਦਾ ਕਿ ਹਾਰਾਓ, ਕਿਉਂਕਿ ਨਾ ਤਾਂ ਸਾਨੂੰ ਕੈਪਟਨ ਦੇ ਰਾਜ ਦੇ ਜਿਹੜਾ ਹੈਗਾ ਕੋਈ ਟਿਕਣ ਦਿੰਦਾ, ਨਾ ਸਾਨੂੰ ਬਾਦਲ ਦੇ ਰਾਜ ਟਿਕਣ ਦੇਣਾ। ਤਾਂ ਸੱਚੀ ਗੱਲ ਕਰਨ ਵਾਲਾ ਤਾਂ ਹਰ ਵਕਤ ਜਿਹੜਾ ਹੈਗਾ ਉਹ ਤਿਆਰ ਰਹਿਣਾ ਪੈਂਦਾ ਜੁੱਤੀਆਂ ਲਈ। ਇਹ ਮੈਂ ਕਿਸੇ ਕੈਪਟਨ ਦੇ
हक च नहीं, किसी मैं बादल के खिलाफ नहीं, मैं बादल के हक च नहीं तो कैप्टन के खिलाफ नहीं। इत्थे जिहड़ा गद्दी ते एक ने तां बहना ही है इन्हां ने ते लोकां दे उत्ते जुल्म ही करने। तो ये जिहड़े लोग ने इन्हां नूं जेकर तुसीं एक वारी होर सत्ता तो परां रख लो ना बादल कियां नूं, फिर पता की होऊगा, दमाला सजाया होऊगा ये जिहड़ा सुखबीर बादल आ, खालिस्तान तो घट गल नहीं करू, पर जिद्दण कुर्सी नूं हत्थ पै गया फिर यह कहू भारत माता की जय। मैं यदि तुहानूं एक गल दसदा, 1990-91 के दौर में बुतरस घाली UNO का जिहड़ा जनरल सकत्तर सी वो इंडिया आया, बादल साहब ने करोड़ के साइन करते उत्ते, कहता खालिस्तान तो घट गल नहीं चाहिए, सवे निर्णे का हक दिता जाए। जिद्दण आ गया इलैक्शन 97 के, फिर भारत माता की जय कह के उसे संविधान की सौं भी चक गया। की करोगे यह जे लोगों नूं? मेरे कोल सुख नाल सच्चे पातशाह की किरपा नाल बड़े अखबार खबूर साहब के रखने की मैनूं आदत। मैं एक गल की गारंटी देना, तुसीं मैनूं बादल साहब का कोई भी बयान लिया दो, मैं उहदे तुहानूं उल्ट बयान लभ के दे दूँ। टाइम तो लगू मैनूं थोड़ा जिहा। एक बयान बादल साहब का यह आ कि खालिस्तान तो घट कोई गल नहीं करांगे, मैं कई बारी पाउंदा हां, तुसीं देखदे भी। तो दूजे पासे बादल साहब का बयान आ कि खालिस्तान की अजे तक गल ही नहीं की। हुण की करोगे यह जे बंदे का? की तुसीं जीभ फड़ लोगे जी? मरे मुकरे का कोई है इत्थे इलाज? हुण जिहड़े आम सिख हुंदे आ, जिहड़े गुरु दे प्यार करन वाले हुंदे आ, जिन्हां ने परण कर लए हुंदे आ, वो किहड़े खूह 'च डिगण? इन्हां ने पहिलां भी मरजीवड़े बनाए सी, उदों लौंगोवाल नूं खड़ाता, नाले सारे सी बादल हुणी, होर सारे लीडर सी। ते जिहड़े आम पेंडू सिख नौजवान सी विचारे वो फस गए, क्योंकि उन्होंने सौहां खाधियां सी। वो पिंड 'च किहड़े मूँह नाल दिखाउण मूँह? उन्होंने तो पिंड के लोगों ने उन्होंने मोड़ ते खड़न जोगा नहीं छड्डना सीगा भी तुसीं उही हो ना जिन्हां ने परण कीते सी कि जे दरबार साहिब ते हमला हो गया तो ऐं कर देंगे, वो कर देंगे। वो जिहड़े मरजीवड़े बनाए सी, उन्हां चों बहुत सारे इहो ਜਿਹੇ ने जिहड़े अज जदों मिलदे करदे आ, उन्हां नूं जदों कई वारी पुੱਛ लईदा बई जदों धर्म युद्ध मोर्चा लग्गिया सी तुसीं भी मरजीवड़े वाली सौं खाधी सी, चुप जे कर जांदे आ, कहंदे आपदी आत्मा दे मूहरे गुनाहगार जे होए फिरदे आ। ਇਹਦੇ ਨਾਲੋਂ ਤਾਂ ਚੰਗਾ ਸੀ ਸਾਡੀ ਲੀਡਰਸ਼ਿਪ ਉਦੋਂ ਮਰਜੀਵੜਿਆਂ ਵਾਲਾ ਕੰਮ ਨਾ ਹੀ ਕਰਾਉਂਦੀ। ਹੁਣ ਦੱਸੋ, ਆਮ ਸੰਗਤ ਨੂੰ, ਆਮ ਸਿੱਖਾਂ ਨੂੰ ਤਾਂ ਸ਼ਰਮ ਆਉਂਦੀ ਆ ਕਿ ਅਸੀਂ ਉਹ ਪਰਨ ਪੂਰੇ ਨਹੀਂ ਕੀਤੇ ਮਰਜੀਵੜਾ ਬਣ ਕੇ ਜਿਹੜੇ ਫਾਰਮ ਭਰਾਏ ਸੀ, ਪਰ ਇਹਨਾਂ ਨੂੰ ਕੋਈ ਸ਼ਰਮ। ਹੁਣ ਇਹੋ ਤਰੀਕੇ ਨਾਲ ਹੀ ਆਹ ਜਿਹੜੇ ਲੋਕਾਂ ਨੂੰ ਅੱਜ ਇਹ ਸਬਜ਼ ਬਾਗ ਦਿਖਾ ਰਹੇ ਨੇ, ਉਹਦੇ ਵਿੱਚ ਬਾਰ-ਬਾਰ ਮੈਂ ਬੇਨਤੀ ਕਰਦਾ कि आपसी एक तो चलो साडा पंजाब का रौला भी आ, बादल हुणी आ, कैप्टन हुणी आ, किसान यूनियन आ, शंभू मोर्चे वाले आ, सारियां धिरां ने, पर इन्हां विचों जिहड़ा भी बंदा ये सोची बैठा भी हिंदू साम्राज साडे इस एजीटेशन नूं देख के ये काले कानून वापस ले लूगा, वो बहुत वड्डी गलती कर रहा। वो तां सानूं जरकाउण लई, इस सारे चीज़ नूं तोड़न लई, इस सारी खेड नूं खत्म कर लई प्लैनगा बना रहे आ। साडा सज्जण मक्खण सिंह गिल, ਉਹਨੂੰ ਗੜ੍ਹਸ਼ੰਕਰ ਨਵਾਂਸ਼ਹਿਰ ਇਲਾਕੇ 'ਚੋਂ ਫੜ ਕੇ ਜਿਹੜਾ ਕਿਹਾ ਨਾ ਵੀ ਅੱਤਵਾਦੀ ਫੜ ਲਿਆ ਜੀ, ਅਸਲਾ ਫੜ ਲਿਆ, ਫਲਾਨਾ ਕਰ ਲਿਆ। ਆ ਬਗੀਚਾ ਸਿੰਘ ਰਤਾ ਖੇੜਾ ਨੂੰ ਉਲਝਾਇਆ ਜਾ ਰਿਹਾ। ਹੋਰ ਵੀ ਪੰਜਾਬ 'ਚ ਅਜੇ ਤਾਂ ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਇੱਕਦਮ ਹੀ ਹਨੇਰੀ ਠਾਲ ਦੇਣੀ ਹੁੰਦੀ ਹੈਗੀ ਆ, ਉੱਥੋਂ ਖਾੜਕੂ ਫੜਿਆ, ਉੱਥੋਂ ਅਸਲਾ ਫੜਿਆ, ਉੱਥੋਂ ਐ ਕੀਤਾ, ਉਹ ਕੀਤਾ। ਇੱਕ ਤਾਂ ਐ ਟੈਰਰ ਫੈਲਾਉਣਾ ਚਾਹੁੰਦੇ ਆ। ਦੂਜਾ ਇਹਨਾਂ ਦਾ ਹੁੰਦਾ ਬਈ ਲਓ ਜੀ ਅੱਜ ਮੇਰਾ ਕੈਪਟਨ ਲੱਗਿਆ ਹੋਇਆ ਵਾ, ਉਹ ਜਿਹੜਾ ਦੂਜਾ ਹੈਗਾ ਇੱਕ ਇਹਨਾਂ ਦਾ ਬਾਦਲੀਆਂ ਵਿੱਚੋਂ ਨਿਕਲ ਕੇ ਮੁੰਡਾ ਇੱਧਰ ਆਇਆ ਮਨਪ੍ਰੀਤ ਬਾਦਲ, ਉਹ ਕਹੀ ਜਾਂਦਾ ਜੀ ਬਿਜਲੀ ਖਤਮ ਹੋ ਜਾਣੀ ਆ। ਟੈਰਰ ਫੈਲਾ ਕੇ, ਡਰ ਫੈਲਾ ਕੇ ਲੋਕਾਂ ਨੂੰ ਖਿਲਾਫ ਕਰਨਾ ਵੀ ਅੰਦੋਲਨ ਵਾਲੇ ਗਲਤ ਨੇ, ਅੰਦੋਲਨ ਵਾਲੇ ਬਹੁਤ ਮਾੜੇ ਨੇ, ਅੰਦੋਲਨ ਵਾਲਿਆਂ ਕਰਕੇ ਆਹ ਹੋ ਗਿਆ, ਅੰਦੋਲਨ ਵਾਲਿਆਂ ਕਰਕੇ ਉਹ ਹੋ ਗਿਆ। ਕੁੱਲ ਤੁਸੀਂ ਭਾਲਦੇ ਹੋ, ਆਪਾਂ ਕਹਿੰਦੇ ਆ ਘੱਟ ਨਾ ਦੋਲੀ ਹੋ, ਕਹਿੰਦੇ ਥੜੇ ਤੇ ਨਾ ਚੜੀ। ਬਾਦਲ ਕਹਿੰਦੇ ਯਾਰ ਭਾਜਪਾ ਵਾਲੇ ਤਾਂ ਕਹਿੰਦੇ ਆ ਆਓ ਤੁਹਾਨੂੰ ਸਮਝਾਈਏ ਕਾਨੂੰਨ ਕਿੰਨੇ ਵਧੀਆ ਨੇ, ਤੇ ਕੈਪਟਨ ਹੁਣੀ ਕਹਿਣ ਲੱਗੇ ਹੋਏ ਨੇ ਬਈ ਕੋਈ ਚੱਕਰ ਹੀ ਨਹੀਂ ਹੈਗਾ ਜੀ, ਇੱਥੇ ਤਾਂ 2-4 ਦਿਨ ਦੀ ਗੱਲ ਆ, ਇਹ ਅਸੀਂ ਆਪੇ ਚੁਕਾ ਦੇਣਾ ਜਦੋਂ ਦਬਕੇ ਦੁਬਕੇ ਮਾਰੇ। ਸੋ ਜਿਹੜੀ ਗੱਲ ਲੱਖੇ ਸਿਧਾਣੇ ਨੇ ਕਹੀ ਜਾਂ ਦੀਪ ਸਿੱਧੂ ਹੁਣੀ ਕਹਿ ਰਹੇ ਆ ਜਾਂ ਹੋਰ ਸਾਰੇ ਭਰਾ ਸਿਆਣੇ ਆ, ਸਾਰੇ ਗੱਲ ਨੂੰ ਸਮਝਦੇ ਆ। ਗੋਲੀਆਂ ਚਲਾਉਣੀਆਂ ਪੈ ਜਾਣ, ਡਾਕੇ ਆਪਣੇ ਡੰਡੇ ਮਾਰਨੇ ਪੈ ਜਾਣ, ਤੇ ਇਹ ਦਿਨਕਰ ਗੁਪਤੇ ਹੁਣਾਂ ਨੇ ਮਤਲਬ ਇਹ ਪੁੱਛਾਂ ਚੱਕੀਆਂ ਹੋਈਆਂ ਨੇਗੀਆਂ ਵੀ ਕਦੋਂ ਆਰਡਰ ਹੁੰਦਾ ਪੰਜਾਬ ਦੇ ਵਿੱਚ, ਕਿਵੇਂ ਸਾਨੂੰ ਘਾਣ ਕਰਨ ਦਾ ਖੁੱਲ੍ਹ ਮਿਲਦਾ। ਤੇ ਜਿਨ੍ਹਾਂ ਨੂੰ ਐਂ ਲੱਗਦਾ ਬਈ ਨਹੀਂ ਜੀ ਐਂ ਨਹੀਂ ਹੁੰਦਾ, ਇਹੋ ਜਿਹਾ ਵਹਿਮ 1984 'ਚ ਵੀ ਕਈਆਂ ਨੂੰ ਸੀਗਾ, ਪਰ ਉਦੋਂ ਵੀ ਕੁਲਦੀਪ ਸਿੰਘ ਬਰਾੜ ਸਿੱਖਾਂ ਦੇ ਘਰੇ ਜੰਮਿਆ ਹੋਇਆ ਸੀ। ਆ ਜਿਨ੍ਹਾਂ ਨੇ ਸਾਡੇ ਚੱਡੇ ਪਾੜੇ ਆ, ਛਿੱਤਰ ਮਾਰੇ ਆ ਪੰਜਾਬ ਦੇ ਵਿੱਚ, ਉਹ ਸਾਰੇ ਸਿੱਖਾਂ ਦੇ ਘਰੇ ਜੰਮੇ ਹੋਏ ਸੀ। ਆ ਹੁਣ ਤਾਂ ਦਿਨਕਰ ਗੁਪਤਾ ਜੀ ਬੈਠੇ ਨੇ, ਗੁਪਤਾ ਜੀ ਜਿਹੜੇ ਕਹਿੰਦੇ ਸੀ ਕਰਤਾਰਪੁਰ ਜਿਹੜਾ ਮੱਥਾ ਟੇਕ ਕੇ ਆਉਂਦਾ ਜੀ ਉਹ ਤਾਂ ਅੱਤਵਾਦੀ ਬਣ ਜਾਂਦਾ।
ਸੋ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਦਾ ਖੂਨ ਖਰਾਬਾ ਤਾਂ ਕੀਤਾ ਜਾ ਸਕਦਾ, ਪਰ ਸਿੱਖਾਂ ਦੀਆਂ ਇਹ ਮੰਗਾਂ ਨਹੀਂ ਮੰਨੀਆਂ ਜਾ ਸਕਦੀਆਂ। ਸਿੱਖਾਂ ਦੇ ਖਿਲਾਫ, ਪੰਥ ਦੇ ਖਿਲਾਫ, ਪੰਜਾਬ ਦੇ ਖਿਲਾਫ ਇਸ ਸਾਰੀ ਮੂਵ ਨੂੰ ਟੋਟਿਆਂ 'ਚ ਤੋੜ ਕੇ ਦੇਖਣ ਵਾਲੇ ਜਿਹੜੇ ਕਾਮਰੇਡ ਨੇ ਆ ਕਿਸਾਨ ਯੂਨੀਅਨਾਂ ਵਾਲੇ, ਇਹਨਾਂ ਨੂੰ ਲੱਗਦਾ ਹੋਣਾ ਵੀ ਖਨੀ ਇਹ ਸੜਕਾਂ ਉੱਤੇ ਜਾਂ ਰੇਲਾਂ ਉੱਤੇ ਬੈਠ ਕੇ ਮਸਲਾ ਹੱਲ ਹੋ ਜੂ। ਇਹ ਭਾਈ ਹੋਰ ਤਰ੍ਹਾਂ ਦੀ ਗੱਲ ਆ। ਉਹਨਾਂ ਦੇ ਤਾਂ ਮਸਾਂ ਉਹ ਕਹਿੰਦੇ ਆ ਜੀ ਸਾਡਾ ਬੜੇ ਲੰਮੇ ਅਰਸੇ ਬਾਅਦ ਹਿੰਦੂ ਜਿਹੜਾ ਹੈਗਾ ਰਾਜ ਆਇਆ ਤੇ ਅਸੀਂ ਹਿੰਦੂ ਦੇ ਉਲਟ ਭੁਗਤ ਦੀ ਹਰ ਚੀਜ਼ ਤਬਾਹ ਕਰਨੀ ਹੈ। ਗੁਰਮਤ ਅਤੇ ਮਨਮਤ ਦੀ ਟੱਕਰ ਆ। ਸਿੱਖੀ ਜਿਹੜੀ ਆ, ਪੰਜਾਬ ਜਿਹੜਾ ਹੈ ਉਹ ਗੁਰਮਤ ਦਾ ਝੰਡਾ ਬਰਦਾਰ ਆ, ਤੇ ਜਿਹੜੀ ਮਨਮਤ ਆ ਉਹ ਬ੍ਰਾਹਮਣਵਾਦ ਆ। ਜਿਸ ਕਰਮਕਾਂਡ ਪਖੰਡ ਨੂੰ ਗੁਰਮਤ ਨੇ ਮਨਮਤ ਕਹਿ ਕੇ ਰੱਦ ਕੀਤਾ ਹੋਇਆ, ਉਹ ਸਾਰਾ ਕੁਝ ਮੋਦੀ ਹੁਣਾਂ ਦੀ ਸ਼ਾਨ, ਉਹ RSS ਦੀ ਸ਼ਾਨ, ਤੇ ਉਹਨਾਂ ਨੂੰ ਤਾਂ ਮਸਾਂ ਡਿੱਕੇ ਚੜੇ ਆਪਾਂ ਅਗਲੇ ਛੱਡਦੇ। ਜਦੋਂ ਉਹਨਾਂ ਦੀ ਨਜ਼ਰ ਤੋਂ ਦੇਖੋ ਸਿੱਖੀ ਉਹਨਾਂ ਦੀ ਦੁਸ਼ਮਣ ਆ, ਸਿੱਖ ਉਹਨਾਂ ਦੇ ਵੈਰੀ ਆ, ਤੇ ਜਦੋਂ ਅਗਲੇ ਦੇ ਡਿੱਕੇ ਆਏ ਹੋਈਏ ਕੋਈ ਖੈਰ ਕਰਦਾ। ਇਹ ਤਾਂ ਹੁਣ ਆਪਾਂ ਐਵੇਂ ਚਾਂਵਲੇ ਹੋਏ ਨੇ, ਉਹਨਾਂ ਨੂੰ ਇੱਥੇ ਕਿਹਾ ਅਕਾਲੀਆਂ ਦੇ ਮਗਰ ਲੱਗ ਕੇ ਜੀ ਇਹ ਵੀ ਬੜੇ ਭਲੇ ਨੇ, ਉਹ ਗੰਗੂ ਦੇ ਵਾਰਸ ਨੇ, ਉਹਨਾਂ ਨੇ ਨਾ ਪਹਿਲਾਂ ਕਦੇ ਕਿਰਕ ਕੀਤੀ ਆ ਤੇ ਨਾ ਗਾਹਾਂ ਕਰਨੀ ਹੈ। ਜੇ ਕਿਸੇ ਨੂੰ ਵਹਿਮ ਆ ਜਿਹੜੇ ਸੁਣ ਰਹੇ ਨੇ ਵੀਰ ਮੇਰੇ ਭਰਾ, ਉਹਨਾਂ ਨੂੰ ਬੇਨਤੀ ਆ ਵੀ ਇੱਕ ਇੱਥੇ ਪੇਜ ਆ ਦ੍ਰਿਸ਼ਟੀਕੋਣ ਸੋਸ਼ਲ ਮੀਡੀਆ ਤੇ, ਇੱਕ ਹੈਗਾ ਹਿੱਕ ਠੋਕ ਹਿੰਦੂ। ਇਹ ਦੋਨਾਂ ਪੇਜਾਂ ਉੱਤੇ ਪੰਥ ਅਤੇ ਪੰਜਾਬ ਲਈ ਜਿੰਨੇ ਵੀ ਸਿੱਖ ਕੰਮ ਕਰਦੇ ਆ ਉਹਨਾਂ ਬਾਰੇ ਜੋ ਭਕਾਈ ਮਾਰੀ ਜਾ ਰਹੀ ਆ ਉਹ ਪੜ੍ਹ ਦਿਓ, ਤੁਹਾਨੂੰ ਅਕਲ ਆ ਜੂਗੀ ਵੀ ਕੀ ਗੱਲ ਕਿੱਥੇ ਕਿ ਖੜੀ। ਦੂਜਾ, ਮੈਂ ਆਪਦੇ ਵੱਲੋਂ ਚਲੋ ਮੈਂ ਬੇਕਾਬੂ ਬੇਜ਼ਾਬਤਾ ਜੋ ਮਰਜ਼ੀ ਮੈਨੂੰ ਸਮਝਿਆ ਜਾਵੇ, ਪਰ ਮੈਂ ਬਹੁਤ ਸਹਿਜ ਨਾਲ ਪੋਸਟ ਜਦੋਂ ਲਿਖਦਾ, ਬਹੁਤ ਸਲੀਕੇ ਨਾਲ ਸੋਚ ਬੋਲ ਕੇ ਲਿਖੀਦਾ ਵੀ ਕੋਈ ਇਹੋ ਜਿਹੀ ਗੱਲ ਨਾ ਲਿਖੀ ਜਾਵੇ। ਤੇ ਮੇਰਾ ਦੂਜੇ ਤੁਸੀਂ ਦੇਖਿਆ ਹੀ ਆ 4-5 ਆਈਡੀਆਂ ਮੇਰੀਆਂ ਬਣ ਗਈਆਂ, ਠਾਠਾ ਬਲੌਕ ਕਰੀ ਜਾਂਦੇ ਆ। ਮੈਂ ਕਹਿੰਦਾ ਹੁੰਦਾ ਵੀ ਚਲੋ ਨਵੀਂ ਬਣਾ ਲਓ, ਏਡੀ ਕਿਹੜੀ ਇੱਥੇ ਆਫਤ ਆਉਣ ਲੱਗੀ ਆ। ਪਰ ਜਿਹੜਾ ਦ੍ਰਿਸ਼ਟੀਕੋਣ ਜਾਂ ਹਿੱਕ ਠੋਕ ਹਿੰਦੂ ਜਾਂ ਹੋਰ ਕਈ ਇਹੋ ਜਿਹੇ ਗੰਦੇ ਲੋਕਾਂ ਦੇ ਪੇਜ ਬਣਾਏ ਹੋਏ ਨੇ ਜਿੱਥੋਂ ਪੰਥ ਅਤੇ ਪੰਜਾਬ ਨੂੰ ਜਲੀਲ ਕਰਨ ਵਾਲੀਆਂ ਨੀਚ ਪੋਸਟਾਂ ਲਿਖੀਆਂ ਜਾਂਦੀਆਂ ਨੇ, ਉਹ ਸਾਰੀਆਂ ਪੋਸਟਾਂ ਦੇ ਖਿਲਾਫ ਜਾਂ ਉਹਨਾਂ ਪੇਜਾਂ ਦੇ ਖਿਲਾਫ ਮੈਂ ਤੇ ਮੇਰੇ ਆਲੇ ਦੁਆਲੇ ਨੇ ਘੱਟੋ ਘੱਟ 5000 ਤੋਂ ਵੱਧ ਵਾਰੀ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਆਹ ਕੀਤਾ ਹੋਣਾ ਵੀ ਜਿਵੇਂ ਕਰਦੇ ਆ ਵੀ ਰਿਪੋਰਟਾਂ ਕਰੋ ਤੇ ਦਰਜ ਬੰਦ ਕਰੋ। ਨਹੀਂ ਕਰਦੇ। ਕਿਉਂ ਨਹੀਂ ਕਰਦੇ? ਆ ਗੱਲ ਆਪਾਂ 2 ਮਹੀਨੇ ਪਹਿਲਾਂ ਸਾਰਿਆਂ ਨੇ ਸੁਣੀ ਆ ਕਿ ਬਾਹਮਣਵਾਦੀਆਂ ਦਾ, ਮਨੂਵਾਦੀਆਂ ਦਾ, ਮੋਦੀ ਕਿਆਂ ਦਾ ਕਿਵੇਂ ਜ਼ੁਕਰਬਰਗ ਦੇ ਇਸ ਸਾਰੇ ਫੇਸਬੁੱਕ ਦੇ ਹਿਸਾਬ ਕਿਤਾਬ ਨਾਲ ਕੀ ਲੈਣ ਦੇਣ। ਉੱਥੇ ਪੰਥ ਅਤੇ ਪੰਜਾਬ ਦੀ ਗੱਲ ਕਰਨ ਵੇਲੇ ਤਾਂ ਡੱਕਰੇ ਜਾ ਸਕਦੇ ਆ, ਪਰ ਉੱਥੇ ਹਿੰਦੂ ਜਾਂ ਖਾਸ ਤੌਰ 'ਤੇ ਪੰਜਾਬ ਅਤੇ ਪੰਥ ਦੇ ਦੁਸ਼ਮਣ ਆ ਜਿਹੜੇ, ਉਹਨਾਂ ਨੂੰ ਖੁੱਲ੍ਹੀਆਂ ਛੁੱਟੀਆਂ ਦੇ ਕੇ ਇਹਨਾਂ ਨੂੰ ਜਲੀਲ ਕਰੋ। ਹਜੇ ਸਿੱਖਾਂ ਨੇ ਅਕਲ ਲੈਣੀ ਆ। ਅਤੇ ਮੈਂ ਇਹ ਗੱਲ ਪਰਸੋਂ ਜਿੱਥੇ ਵੀ ਕਹੀ, ਅੱਜ ਮੈਂ ਫੇਰ ਕਹਿਣਾ ਬਈ ਜਿਹੜੇ ਬੰਦਿਆਂ ਨੂੰ ਭਾਰਤ ਮਾਤਾ ਕੀ ਜੈ ਚੜ੍ਹੀ ਹੋਈ ਆ, ਜਿਨ੍ਹਾਂ ਨੂੰ ਹਿੰਦੁਸਤਾਨ ਜਿੰਦਾਬਾਦ ਚੜ੍ਹਿਆ ਹੋਇਆ, ਇਹ ਜਿਹੜਾ ਭੂਤ ਆ ਨਾ ਇਹ ਬੜਾ ਔਖਾ ਨਿਕਲਦਾ। ਸਾਡੇ ਵੀ ਔਖਾ ਨਿਕਲਿਆ ਸੀ। ਅਸੀਂ ਵੀ ਕਈ ਵਾਰੀ ਜਦੋਂ 26 ਜਨਵਰੀ ਆਉਣੀ ਜਾਂ 15 ਅਗਸਤ ਆਉਣੀ, ਸਾਨੂੰ ਵੀ ਲੱਗਦਾ ਹੁੰਦਾ ਸੀ ਵੀ ਜਦ ਝੰਡਾ ਚੜ੍ਹਦਾ ਟੈਲੀਵਿਜ਼ਨ 'ਤੇ ਨਾ ਦੇਖਿਆ ਪਤਾ ਨਹੀਂ ਅੱਜ ਰਾਤ ਨੂੰ ਰੋਟੀ ਵੀ ਨਹੀਂ ਚੰਗੀ ਲੱਗਣੀ। ਪਰ ਜਦੋਂ ਅਕਲ ਆਈ ਉਦੋਂ ਸਮਝ ਲੱਗੀ ਵੀ ਇਹ ਤਾਂ ਇੱਕ ਬਹੁਤ ਵੱਡਾ ਭਰਮ ਆ ਵੀ ਇਹ ਮੁਲਕ ਸਾਡਾ। ਉਹ ਮੁਲਕ ਸਾਡਾ ਕਿਵੇਂ ਹੋ ਸਕਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਨੂੰ ਸ਼ਰੇਆਮ ਬੇਪੱਤ ਕਰਨ ਵਾਲਿਆਂ ਦੇ ਹੱਕ ਵਿੱਚ ਪੂਰੇ ਦਾ ਪੂਰਾ ਸਿਸਟਮ ਡਟ ਕੇ ਖੜਾ ਹੋਵੇ। ਆ ਜਿਹੜੇ ਪੁਲਿਸੀਆਂ ਨੇ ਸਾਡੇ ਡਾਂਗਾ ਮਾਰੀਆਂ, ਗੋਲੀਆਂ ਚਲਾਈਆਂ, ਕੋਟਕਪੂਰੇ ਸਾਡੇ ਭਰਾ ਮਾਰਤੇ, ਉਹਨਾਂ ਨੂੰ ਬਚਾਉਣ ਦੇ ਲਈ ਕਿੱਡਾ ਸਿਸਟਮ ਚੱਲ ਰਿਹਾ ਜੀ। ਹੁਣ ਸਾਨੂੰ ਲੱਗਣ ਲਾ ਦਿੰਦੇ ਆ। ਅੱਜ ਵੀ ਖਬਰ ਆਈ ਆ ਵੀ ਸਮੇਤ ਸੈਣੀ ਆਹ ਪਰਚੇ 'ਚ ਫਲਾਣੇ ਤੇ ਸਾਡੇ ਕਈ ਭਰਾ ਫਿਰ ਲਿਖਦੇ ਵੀ ਨੇ ਵਿੱਚ ਕੁਛ ਨਹੀਂ ਨਿਕਲਣਾ। ਭਾਈ ਜਿੰਨੇ ਕੁ ਭਰਾ ਸਮਝ ਗਏ ਨੇ ਕਿ ਇਸ ਸਿਸਟਮ ਦੇ ਅੰਦਰ ਕੋਈ ਹੱਲ ਨਹੀਂ, ਉਹ ਕਲਪ ਰਹੇ ਨੇ ਕਿ ਬਾਕੀ ਲੋਕੋ ਛੇਤੀ ਸਮਝ ਲਓ। ਪਰ ਬਾਕੀ ਜਿਹੜਾ ਭਾਈਚਾਰਾ ਉਹ ਸਾਨੂੰ ਗਾਲਾਂ ਕੱਢਦਾ, ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਇਸ ਮੁਲਕ ਦੇ ਵਿੱਚ ਤਾਂ ਨਜ਼ਾਰੇ ਵੀ ਬੜੇ ਨੇ। ਉਹੀ ਸਾਨੂੰ ਸਿੰਬੋਲਿਕ ਸਿਸਟਮ ਦਿਖਾਉਂਦਾ ਫਿਰਦਾ, ਸਿੰਬੋਲਿਕ ਜਸਟਿਸ। ਉਹੀ ਕਹਿੰਦਾ ਹੈਗਾ ਜੀ ਬਸ ਮੋਦੀ ਨੇ ਇੱਕ ਵਾਰੀ ਬਿਠਾ ਦਿਓ। ਕਈ ਮੇਰੇ ਵਰਗੇ ਕਹਿੰਦੇ ਆ ਮੈਨੂੰ ਫਲਾਣੇ ਲੀਡਰ ਨਾਲ ਬਿਠਾ ਦਿਓ। ਉਹ ਭਾਈ ਇਹ ਜਿਹੜਾ ਸਮੁੱਚਾ ਸਿਸਟਮ ਆ ਉਹਦਾ ਨਿਸ਼ਾਨਾ ਪੰਥ ਅਤੇ ਪੰਜਾਬ ਦਾ ਵਿਨਾਸ਼ ਕਰਨਾ ਵਾ, ਪੰਥ ਅਤੇ ਪੰਜਾਬ ਦਾ ਭਲਾ ਕਰਨਾ ਨਹੀਂ ਹੈ। ਤੇ ਜਿਹੜੇ ਸਿਸਟਮ ਦਾ ਕੁੱਲ ਮਿਲਾ ਕੇ ਮਕਸਦ ਇਹ ਹੋਵੇ ਕਿ ਤੁਹਾਡੇ ਖਿਲਾਫ ਭੁਗਤਣਾ, ਉਹਨੂੰ ਟੋਟਿਆਂ 'ਚ ਕਰਕੇ ਦੇਖਣਾ ਕਿ ਨਹੀਂ ਆਹ ਗੱਲ ਤਾਂ ਇਹਦੀ ਬੜੀ ਵਧੀਆ, ਆਹ ਗੱਲ ਤਾਂ ਬੜੀ ਚੰਗੀ ਆ। ਇਹ ਉਵੇਂ ਆ ਜਿਵੇਂ ਜਿਸ ਬੰਦੇ ਦਾ ਮੈਂ ਰੱਜ ਕੇ ਨੁਕਸਾਨ ਕਰਾਂ, ਉਹਦੀ ਕੁੜੀ ਉੱਠ ਕੇ ਕਵੇ ਕਿ ਹੋਰ ਗੱਲਾਂ ਦੀਆਂ ਗੱਲਾਂ, ਘੁਮਾਣ ਸਾਹਿਬ ਦਾ ਦਮਾਲਾ ਬੜਾ ਸੋਹਣਾ, ਉਹਦਾ ਛੋਟਾ ਮੁੰਡਾ ਉੱਠ ਕੇ ਕਵੇ ਇਹਨਾਂ ਦੀ ਆਹ ਜੈਕਟ ਜੀ ਕਿੰਨੀ ਵਧੀਆ, ਉਹਦੇ ਟੱਬਰ ਦੇ ਜੀ ਜਿਹੜੇ ਨੇ
ਕੋਈ ਮੇਰੀ ਕਿਸੇ ਚੀਜ਼ ਨੂੰ ਪਸੰਦ ਕਰਨ, ਕੋਈ ਕਿਸੇ ਚੀਜ਼ ਨੂੰ ਪਸੰਦ ਕਰਨ, ਤੇ ਜਿਹੜਾ ਬਜ਼ੁਰਗ ਵਾ ਉਹਨਾਂ ਦਾ ਉਹ ਕਹੂਗਾ ਵੀ ਪੱਟਿਆ ਤਾਂ ਮੈਂ ਇਹਦਾ ਬੈਠਾ, ਤੁਸੀਂ ਕਹਿੰਦੇ ਹੋ ਇਹ ਬੰਦਾ ਹੀ ਬੜਾ ਵਧੀਆ। ਉਵੇਂ ਹੀ ਅੱਜ ਮੈਂ ਕਲਪ ਰਿਹਾ ਬਈ ਕੋਈ ਕਹਿੰਦਾ ਜੀ ਉਹਨਾਂ ਦਾ ਆਹ ਵਧੀਆ ਉਹ ਵਧੀਆ। ਉਹ ਭਾਈ ਜਿਹੜਾ ਤੁਹਾਡਾ ਦੁਸ਼ਮਣ ਆ, ਪਹਿਲਾਂ ਤਾਂ ਉਹਨੂੰ ਦੁਸ਼ਮਣ ਹੀ ਨਹੀਂ ਤੁਸੀਂ ਅੱਜ ਤੱਕ ਮੰਨਿਆ। ਜਿਹੜਾ ਬੰਦਾ ਆਪਦੇ ਦੁਸ਼ਮਣ ਨੂੰ ਆਪਦਾ ਭਰਾ ਸਮਝ ਕੇ ਜੱਫੀਆਂ ਪਾਉਂਦਾ ਫਿਰੇ, ਉਹਦਾ ਬਚਣਾ ਨਾਮੁਮਕਿਨ ਹੀ ਹੁੰਦਾ। ਅਸੀਂ ਕਿਉਂ ਕਲਪਦੇ ਹਾਂ? ਕਿਉਂਕਿ ਅਸੀਂ ਪਹਿਲਾਂ ਵੀ ਛਿੱਤਰ ਖਾਦੇ, ਅੱਜ ਵੀ ਖਾਂਦੇ ਹਾਂ, ਗਾਂਹ ਵੀ ਪੈਣਗੇ, ਕੋਈ ਚੱਕਰ ਨਹੀਂ। ਪਰ ਜਿੰਨੀਆਂ ਕੁ ਅਸੀਂ ਕਰਕੇ ਖਾਂਦੇ ਹਾਂ ਨਾ, ਉਨੀਆਂ ਤੁਸੀਂ ਬਿਨਾਂ ਗੱਲ ਤੋਂ ਹੀ ਖਾਈ ਜਾਂਦੇ ਹੋ। ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਜਗਜੀਤ ਸਿੰਘ ਚੌਹਾਨ, ਡਾਕਟਰ ਜਗਜੀਤ ਸਿੰਘ ਚੌਹਾਨ, ਉਹ ਜਦੋਂ ਕਈ ਵਾਰੀ ਇੱਥੇ ਜਦੋਂ ਇੰਡੀਆ ਆਉਂਦੇ ਸੀ, ਮੈਂ ਉਹਨਾਂ ਨੂੰ ਮਿਲਿਆ, ਮੈਂ ਉਹਨਾਂ ਨੂੰ ਵੀ ਉਹ ਗੱਲ, ਉਹ ਵੀ ਇਹੀ ਕਹਿੰਦੇ ਹੁੰਦੇ ਸੀਗੇ ਵੀ ਮੈਂ ਅਕਾਲੀਆਂ ਨੂੰ ਇਹ ਕਹਿੰਦਾ ਹੁੰਦਾ ਸੀ ਤੁਸੀਂ ਕਹਿੰਦੇ ਹੋ ਅਸੀਂ ਆਪ ਧਰਮ ਯੁੱਧ ਮੋਰਚਾ ਫਲਾਨ ਗੱਲ ਜੇ ਵੋ। ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਸੀ ਜਿੰਨੀਆਂ ਕਿ ਜੁੱਤੀਆਂ ਤੁਸੀਂ ਆਪ ਮੰਗਾਂ ਮੰਗ ਕੇ ਖਾਂਦੇ ਹੋ ਨਾ, ਪੰਜਾਬੀ ਸੂਬਾ ਜਿੰਦਾਬਾਦ ਤੇ ਹੋਰ ਗੱਲਾਂ, ਇੰਨੀਆਂ ਕਿ ਜੁੱਤੀਆਂ ਖਾਲਿਸਤਾਨ ਜਿੰਦਾਬਾਦ ਕਹਿ ਕੇ ਪੈਣੀਆਂ ਨੇ, ਪਰ ਖਾਲਿਸਤਾਨ ਕਹਿ ਕੇ ਖਾ ਲਓ। ਸੋ ਜਿਹੜਾ ਆਪਦੇ ਆਪ ਨੂੰ ਝੂਠ ਬੋਲਣਾ, ਇਹਦੇ ਨਾਲੋਂ ਵੱਡਾ ਗੁਨਾਹ ਕੋਈ ਨਹੀਂ ਹੁੰਦਾ। ਸਿੱਖ ਆਪਦੇ ਆਪ ਦੇ ਇੱਕ ਬਣਾਏ ਹੋਏ ਭਰਮ ਦੇ ਵਿੱਚ ਆਪਦੇ ਆਪ ਨੂੰ ਝੂਠ ਬੋਲ ਰਹੇ ਨੇ ਕਿ ਇਸ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਹਿੰਦੁਸਤਾਨ ਦੇ ਕੋਲੋਂ ਉਹ ਸਿੱਖੀ ਬਚਾ ਲੈਣਗੇ। ਘੜੇ ਦੀ ਮੱਛੀ ਵਾਂਗੂ ਆਪਾਂ ਉਹਨਾਂ ਦੇ। ਜਦੋਂ ਅਸੀਂ ਇੰਨੀ ਮਾੜੀ ਭੈੜੀ ਤੇ ਔਖੀ ਸਥਿਤੀ ਵਿੱਚ ਵਾਂ, ਉਸ ਮੌਕੇ ਸਾਨੂੰ ਜਿਸ ਤਰ੍ਹਾਂ ਦੀ ਲੀਡਰਸ਼ਿਪ ਚਾਹੀਦੀ ਸੀ, ਉਹੋ ਜਿਹੀ ਆਪਾਂ ਸਾਰੀ ਮਰਵਾਤੀ। ਕਹਿੰਦੇ ਸੀ ਇਹ ਮਸਾਂ ਸਾਹ ਆਇਆ ਖਾੜਕੂ ਬਾਅਦ ਮੁੱਕਿਆ, ਤੇ ਆਹ ਆਇਆ ਜੀ ਬਾਦਲ ਸਾਹਿਬ ਹੋਣੀ, ਆਹ ਲਿਆਂਦੇ ਆ ਜੀ ਕੈਪਟਨ ਸਾਹਿਬ ਹੋਣੀ, ਇਹ ਸਾਨੂੰ ਸਾਡੇ ਹੱਕ ਲੈ ਕੇ ਦੇ ਸਕਦੇ। ਭਾਈ ਸਿਆਸੀ ਬੰਦਾ ਤਾਂ ਗਧੇ ਨੂੰ ਪਿਓ ਵੀ ਕਹਿ ਲੂ ਤੇ ਪਿਓ ਨੂੰ ਗਧਾ ਵੀ ਕਹਿ ਲੂ। ਇਹਨਾਂ ਲੋਕਾਂ ਦਾ ਨਿਸ਼ਾਨਾ ਸਿਰਫ ਸੱਤਾ ਭੋਗਣਾ ਵਾ। ਇਹਨਾਂ ਦਾ ਨਿਸ਼ਾਨਾ ਪੰਥ ਅਤੇ ਪੰਜਾਬ ਲਈ ਕੁਝ ਕਰਨਾ ਨਹੀਂ ਹੈ। ਨੰਬਰ 2, ਇਹ ਗੱਲ ਮੰਨ ਲੈਂਦੇ ਆ ਕਿ ਪੰਜਾਬ ਦੇ ਵਿੱਚ ਕੁਝ ਇਹੋ ਜਿਹੇ ਲੀਡਰ, ਕੁਝ ਇਹੋ ਜਿਹੇ ਸਿਆਸੀ ਚਿਹਰੇ ਹੋ ਸਕਦੇ ਆ ਜਿਨ੍ਹਾਂ ਦੀ ਵਾਹ ਨਹੀਂ ਚੱਲਦੀ, ਪਰ ਉਹ ਪੰਥ ਅਤੇ ਪੰਜਾਬ ਦਾ ਭਲਾ ਲੋਚਦੇ ਹੋਣ। ਉਹਨਾਂ ਬਾਰੇ ਵੀ ਅੱਜ ਚੰਗੀ ਤਰ੍ਹਾਂ ਦੇ ਦਿਮਾਗ 'ਚ ਬਿਠਾ ਲਓ ਕਿ ਜਦੋਂ ਉਹ ਨਮਕ ਦੀ ਖਾਣ ਵਿੱਚ ਡਿੱਗ ਪੈਣਗੇ, ਉਦੋਂ ਨਮਕ ਬਣ ਜਾਣਗੇ। ਜਦੋਂ ਮਾਓਵਾਦੀਆਂ ਦੇ ਨਾਲ ਇੱਕ ਸਫੀਰ, ਇੱਕ ਦੂਤ ਇਹਨਾਂ ਨੇ ਭੇਜਿਆ, ਉਹਨਾਂ ਨੇ ਆ ਕੇ ਦਿੱਲੀ ਗੱਲਬਾਤ ਕੀਤੀ ਤਾਂ ਪੱਤਰਕਾਰਾਂ ਨੇ ਉਹਨੂੰ ਘੇਰ ਲਿਆ ਸੀ। ਇੰਡੀਆ ਟੂਡੇ ਤੇ ਛਪੀ ਸੀ ਉਦੋਂ, ਬੜੀ ਵੱਡੀ ਕਹਾਣੀ ਸੀ ਉਹ ਕਹਿੰਦੇ ਵੀ ਤੁਸੀਂ ਦੱਸੋ ਜਿਨ੍ਹਾਂ ਨੇ ਸਾਡੇ ਤੁਸੀਂ ਉਹਨਾਂ ਨੂੰ ਕੀ ਕਹਿ ਕੇ ਆਏ ਹੋ? ਉਹ ਕਹਿੰਦਾ ਜੀ ਅਸੀਂ ਉਹਨਾਂ ਨੂੰ ਮਾਓਵਾਦੀਆਂ ਨੂੰ ਕਿਹਾ ਵੀ ਤੁਹਾਨੂੰ ਇਹੀ ਹੈ ਨਾ ਕਿ ਤੁਹਾਡੇ ਇਸ ਖਿੱਤੇ ਦੇ ਵਿੱਚ ਝਾਰਖੰਡ, ਜਿਹੜਾ ਉੜੀਸਾ, ਬਿਹਾਰ, ਬੰਗਾਲ ਜਿਹਦਾ ਇਲਾਕਾ, ਉਹ ਵੀ ਇਸ ਖਿੱਤੇ ਵਿੱਚ ਜਿਹੜੇ ਮਿਨਰਲਸ ਨੇ, ਖਣਜ ਪਦਾਰਥ ਨੇ, ਉਹ ਲੁੱਟ ਕੇ ਸਾਡਾ ਇੱਥੇ ਭਲਾ ਨਹੀਂ ਹੁੰਦਾ, ਸਾਡਾ ਆਹ ਹੋ ਗਿਆ ਉਹ। ਵੀ ਅਸੀਂ ਕਰਾਉਂਦੇ ਹਾਂ ਇਲੈਕਸ਼ਨ, ਤੁਸੀਂ ਇਲੈਕਸ਼ਨ 'ਚ ਖੜੋ, ਅਸੀਂ ਇਲੈਕਸ਼ਨ ਇਸ ਤਰੀਕੇ ਨਾਲ ਹੋਣ ਦਿਆਂਗੇ ਕਿ ਤੁਹਾਡੇ ਲੀਡਰ ਜਿੱਤ ਜਾਣ। ਜਦੋਂ ਤੁਸੀਂ ਜਿੱਤ ਗਏ ਤਾਂ ਜਿੱਤਣ ਤੋਂ ਬਾਅਦ ਫਿਰ ਤੁਸੀਂ ਆਪਦੇ MLA MP ਜਿਹੜੇ ਹੋਣਗੇ ਉਹਨਾਂ ਰਾਹੀਂ ਸਾਡੇ ਨਾਲ ਗੱਲ ਕਰਿਓ। ਫਿਰ ਪੰਜਾਬ ਜਿਵੇਂ ਤੁਹਾਡੀ ਚੁਣੀ ਹੋਈ ਸਰਕਾਰ ਨਾਲ ਕੇਂਦਰ ਸਰਕਾਰ ਇੱਕ ਐਗਰੀਮੈਂਟ ਕਰ ਸਕਦੀ ਆ, ਉਹਦੇ ਨਾਲ ਇਹ ਹੋ ਸਕਦਾ, ਉਹ ਹੋ ਸਕਦਾ, ਇੱਦਾਂ ਦੀਆਂ ਗੱਲਾਂ ਗੁੱਲਾਂ। ਉੱਥੇ ਪ੍ਰੈਸ ਨੇ, ਮੀਡੀਆ ਨੇ, ਲੋਕਾਂ ਨੇ ਉਹਨਾਂ ਨੂੰ ਘੇਰਿਆ। ਉਹ ਕਹਿੰਦੇ ਵੀ ਜਿਨ੍ਹਾਂ ਲੋਕਾਂ ਨੇ ਸਾਡੀ ਫੌਜ ਮਾਰਤੀ, ਜਿਨ੍ਹਾਂ ਮਾਓਵਾਦੀਆਂ ਨੇ ਐਂ ਕੀਤਾ, ਉਹ ਹੁਣ ਉੱਥੇ ਐਂ ਬਣ ਕੇ ਬੈਠਣਗੇ। ਉਹਨਾਂ ਲੋਕਾਂ ਨੂੰ ਕਾਹਦਾ ਤੁਸੀਂ? ਉਹ ਕਹਿੰਦਾ ਤੁਸੀਂ ਛੱਡੋ ਇਸ ਗੱਲ ਨੂੰ, ਇੱਕ ਵਾਰ ਉਹਨਾਂ ਨੂੰ ਸੱਤਾ ਦਾ ਸੁੱਖ ਮਾਨਣ ਦਿਓ। ਉਹ ਦੂਜੀ ਟਰਮ ਆਉਣ ਤੋਂ ਪਹਿਲਾਂ ਉਹ ਸਾਰੀਆਂ ਕਰਤੂਤਾਂ ਕਰਨ ਲੱਗ ਪੈਣਗੇ ਜਿਨ੍ਹਾਂ ਦੇ ਖਿਲਾਫ ਅੱਜ ਬੋਲਦੇ ਆ ਕਿ ਐਕਸਪਲੋਇਟੇਸ਼ਨ ਹੋ ਰਹੀ ਆ, ਲੁੱਟਿਆ ਜਾ ਰਿਹਾ, ਮਾਰਿਆ ਜਾ ਰਿਹਾ। ਉਹ ਸਾਰੀਆਂ ਕਰਤੂਤਾਂ ਉਹ ਆਪ ਕਰਨਗੇ। ਇਹ ਆ ਸਿਸਟਮ ਇੰਡੀਆ ਦਾ। ਮੈਨੂੰ ਬਣਾ ਦਿਓ, ਚਾਹੇ ਜਿਹਨੂੰ ਮਰਜ਼ੀ ਬਣਾ ਦਿਓ ਪੰਜਾਬ ਦੇ ਵਿੱਚ, ਕੋਈ MLA MP, ਸ਼੍ਰੋਮਣੀ ਕਮੇਟੀ ਮੈਂਬਰ, ਪੰਚ, ਸਰਪੰਚ, ਇਹਦੇ 'ਚ ਬੰਦਾ ਕਰਪਟ ਹੀ ਹੋਊ। ਕਿਉਂਕਿ ਕਰਪਸ਼ਨ ਪੰਥ ਅਤੇ ਪੰਜਾਬ ਦੇ ਉਲਟ ਭੁਗਤਣ ਦਾ ਇੱਕ ਇਹ ਸਿਸਟਮ ਆ ਵੀ ਤੁਸੀਂ ਕਿੰਨਾ ਕੁ ਭੁਗਤ ਸਕਦੇ। ਜਿੰਨਾ ਜ਼ਿਆਦਾ ਵੱਡਾ ਗਦਾਰ ਹੋ, ਓਨਾ ਵੱਡਾ ਉਹਨੂੰ ਉਹਦਾ ਮਿਲ ਜੂ। ਮੈਂ ਅੱਜ ਇੱਥੇ ਕਹਿਣਾ ਸ਼ੁਰੂ ਕਰ ਦਿੰਦਾ ਵੀ ਸਿੱਖ ਤਾਂ ਹਿੰਦੂਆਂ 'ਚੋਂ ਨਿਕਲੇ ਨੇ। ਜਿਹੜੇ ਸਿੱਖ ਨੇ ਉਹ ਲਵ ਕੁਸ਼ ਦੀ ਔਲਾਦ ਨੇ। ਸਿੱਖ ਜਿਹੜੇ ਨੇ ਉਹਨਾਂ ਦਾ ਕੋਈ ਵੱਖਰਾ ਧਰਮ ਹੀ ਨਹੀਂ। ਗੁਰੂ ਸਾਹਿਬ ਹਿੰਦੂਆਂ ਦੇ ਮੁੰਡੇ ਸੀ ਸਾਰੇ ਜਾਣੇ। ਹਿੰਦੂ ਧਰਮ ਨੂੰ ਬਚਾਉਣ ਲਈ ਇਹ ਜਿਹੜਾ ਸੀ ਖਾਲਸਾ ਸਾਜਿਆ। ਇਹ ਕੋਈ ਚੱਕਰ ਹੀ ਨਹੀਂ ਹੈਗਾ ਜੀ। ਤੇ 4-5 ਮਹੀਨਿਆਂ ਦੇ ਵਿੱਚ ਮੇਰੀਆਂ ਦੇਖੋ ਇੱਥੇ ਫਰੰਟ ਪੇਜ ਤੇ ਫੋਟੋਆਂ, ਖਬਰਾਂ ਲੱਗਣਗੀਆਂ, ਇੰਟਰਵਿਊਆਂ ਲੱਗਣਗੀਆਂ। ਅਜੀਤ ਦੇ ਫਰੰਟ ਪੇਜ ਤੇ, ਪੰਜਾਬੀ ਟ੍ਰਿਬਿਊਨ ਦੇ ਵਿੱਚ ਖਬਰਾਂ। ਤੇ ਹੌਲੀ ਹੌਲੀ ਸਾਰੇ ਤੁਸੀਂ ਕਹੋਗੇ ਬੱਲੇ ਬੱਲੇ ਘੁਮਾਣ ਸਾਹਿਬ ਬੜੇ ਘੈਂਟ ਨੇ। ਤੇ ਹੌਲੀ ਹੌਲੀ ਕਹਿਣਗੇ ਸ਼੍ਰੋਮਣੀ ਕਮੇਟੀ ਦੀ ਚੋਣ ਆ ਗਈ, ਸ਼੍ਰੋਮਣੀ ਕਮੇਟੀ ਜਿਤਾਓ ਜੀ, MLA MP ਬਣਾਓ, ਜੋ ਮਰਜ਼ੀ ਬਣ ਜਾਓ। ਫਿਰ ਤਾਂ ਆਪਦੇ ਪੰਥ ਅਤੇ ਪੰਜਾਬ ਨੂੰ ਧੋਖਾ ਦੇ ਕੇ ਜੋ ਮਰਜ਼ੀ ਬਣ। ਤੇ ਜਿੰਨੇ ਆ ਬੰਦੇ ਚੋਣਾਂ ਲੜਦੇ ਆ,
ਇਹਨਾਂ ਦੇ ਨਾਲ ਬਹਿ ਕੇ ਦੇਖ ਲਓ, ਜੇ ਕੋਈ ਦਿਲਦਾਰ ਬੰਦਾ ਹੋਇਆ, ਕਈ ਵਾਰੀ ਦਿਲ ਦਾ ਜਾਨੀ ਬੰਦਾ ਹੁੰਦਾ ਜਾਂ ਹਰੇਕ ਦਾ, ਉਹਦੇ ਨਾਲ ਉਦੋਂ ਦੱਸ ਦੇਣਗੇ ਕਿ ਹਾਂ ਠੀਕ ਕਹਿੰਦਾ ਕਮਾਉਣ। ਕੋਈ ਨਹੀਂ ਮੁਕਰੂਗਾ, ਜਿਹੜਾ ਮਤਲਬ ਜਿਹੜਾ ਮਰੇ ਤੋਂ ਮਰਿਆ ਬੰਦਾ ਉਹ ਵੀ ਮੰਨ ਜਾਂਦਾ ਹੁੰਦਾ, ਉਹ ਕਹਿੰਦਾ ਵੀ ਹਾਂ ਯਾਰ ਹੈ ਤਾਂ ਗੱਲ ਇੱਦਾਂ ਹੀ ਹੈ। ਅਸੀਂ ਪੰਥ ਅਤੇ ਪੰਜਾਬ ਦੇ ਹੱਕ 'ਚ ਖੜ ਕੇ ਕੋਈ ਗੱਲ ਨਹੀਂ ਕਰ ਸਕਦੇ, ਖਾਸ ਤੌਰ 'ਤੇ ਸਿਆਸੀ ਬੰਦਾ ਤਾਂ ਬਿਲਕੁਲ ਹੀ ਨਹੀਂ। ਤੁਸੀਂ ਸਮਝਦੇ ਹੋ ਵੀ ਕਾਂਗਰਸੀ ਇਕੱਲੇ ਪੰਥ ਅਤੇ ਪੰਜਾਬ ਦੇ ਖਿਲਾਫ ਨਹੀਂ। ਆਪਾਂ ਕੱਲ੍ਹ ਜਿਹੜਾ ਸੀਗਾ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਤੁਸੀਂ ਦੇਖਿਆ, ਜਿਹੜਾ ਹਰਜੀਤ ਸਿੰਘ ਇੱਕ ਇਹਨਾਂ ਦਾ BJP ਵਾਲਿਆਂ ਦਾ, ਉਹ ਭਕਾਈ ਮਾਰੀ ਜਾਂਦਾ ਸੀ। ਆ ਜਿਹੜੇ ਬਾਦਲ ਦਲ ਵਾਲੇ ਨੇ ਕਿ ਇਹਨਾਂ ਨੂੰ ਜਦੋਂ ਮਰਜ਼ੀ ਫੜਾ ਦਿਓ, ਇਹ ਤਾਂ ਪੂਰਾ ਲੱਗਣ ਲਾ ਦਿੰਦੇ ਆ ਵੀ ਅਸੀਂ ਪੰਥ ਅਤੇ ਪੰਜਾਬ ਦੇ। ਕਿਉਂਕਿ ਜੇ ਮੈਂ ਪਹਿਲੋਂ ਕਹਿ ਕੇ ਹਟਿਆ ਵੀ ਇੱਕ ਵਾਰੀ ਸੱਤਾ ਤੋਂ ਪਾਸੇ ਰਹਿ ਜਾਣ ਹੋਰ ਬਾਦਲ ਦਲ ਵਾਲੇ, ਦਮਾਲਾ ਬੰਨੀ ਫਿਰੂਗਾ ਇੱਥੇ ਖੰਡਾ ਲਾ ਕੇ। ਸੁਖਬੀਰ ਸਿੰਘ ਬਾਦਲ ਉਹਦੇ ਨਾਲ ਸਾਰੇ ਬਹਿ ਕੇ ਕਿਆ ਕਰਨਗੇ, ਖਾਲਿਸਤਾਨ ਤੋਂ ਘੱਟ ਕੋਈ ਗੱਲ ਨਹੀਂ ਕਰਾਂਗੇ। ਤੇ ਜਿੱਦਣ ਸੱਤਾ ਹੱਥ ਥੱਲੇ ਆ ਗਈ, ਕਿਉਂਕਿ ਦਿੱਲੀ ਵਾਲਿਆਂ ਨੇ ਕਹਿਣਾ ਇਹ ਪੜਾਕਾ ਪਾਉਣਗੇ, ਕੋਈ ਹੋਰ ਪੰਗਾ ਖੜਾ ਕਰਾਉਣਗੇ, ਇਹਨਾਂ ਨੂੰ ਕੁਝ ਦਿਓ। ਕੀ ਦਈਏ? ਉਹ ਕਹਿਣਗੇ ਜੀ ਚੁੱਪ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਦਿਓ, ਇਹਨਾਂ ਨੂੰ ਪੰਜਾਬ ਦੀ ਸਰਕਾਰ ਦਿਓ, ਤੇ ਨਹੀਂ ਇਹ ਕੋਈ ਪੰਗਾ ਖੜਾ ਕਰਾਉਣਗੇ। ਉਹਨਾਂ ਨਾਲ ਇੱਕ ਬਲੈਕਮੇਲਿੰਗ ਕਰਦੇ ਆ ਸਿੱਖ ਜਜ਼ਬਾਤਾਂ ਦੇ ਸਰਕਾਰ ਦਿੱਲੀ ਵਾਲਿਆਂ ਨੂੰ, ਕਿ ਨਹੀਂ ਅਸੀਂ ਪੁਆੜਾ ਖੜਾ ਕਰਾਂਗੇ, ਨਹੀਂ ਸਾਨੂੰ ਪੰਜਾਬ ਦੇ ਵਿੱਚ ਸੱਤਾ ਦਿਓ। ਆਹ ਤਾਂ ਹਾਲ ਆ। ਇਹ ਕੋਈ ਪੰਥ ਅਤੇ ਪੰਜਾਬ ਦਾ ਥੋੜ੍ਹੀ ਇੱਥੇ ਸੌਦਾ ਹੋ ਰਿਹਾ, ਇਹ ਤਾਂ ਸਿੱਖਾਂ ਦੇ ਜਜ਼ਬਾਤਾਂ ਨੂੰ ਵੇਚ ਕੇ ਰੋਟੀਆਂ ਕਮਾਈਆਂ ਜਾ ਰਹੀਆਂ। ਇਸ ਸਾਰੇ ਕਾਸੇ ਦਾ ਜਿਹੜਾ ਹੱਲ ਵਾ ਉਹ ਇਹ ਹੈਗਾ ਕਿ ਜਿੰਨਾ ਟਾਈਮ ਆਪਾਂ ਇਸ ਸਿਸਟਮ ਦੇ ਅੰਦਰੋਂ ਹੱਲ ਲੱਭਦੇ ਰਵਾਂਗੇ, ਜਿੰਨਾ ਟਾਈਮ ਤੁਹਾਨੂੰ ਬੰਦੇ ਇਹ ਝੂਠ ਬੋਲੀ ਜਾਣਗੇ ਤੇ ਆਪਾਂ ਇਹ ਝੂਠ ਨੂੰ ਮੰਨੀ ਜਾਵਾਂਗੇ, ਉਹਨਾਂ ਟਾਈਮ ਆਪਾਂ ਨੂੰ ਦੂਜਾ ਤੀਜਾ ਚੌਥਾ ਪੰਜਵਾਂ ਰਾਹ ਸੁੱਝਣਾ ਹੀ ਨਹੀਂ। ਇੱਥੇ ਜਿਹੜਾ ਮਿਲਦਾ ਗਾਲ ਕੱਢ ਕੇ ਸਮਝਾਉਣ ਪੈਂਦਾ ਮੈਨੂੰ ਵੀ ਘਮਾਣ ਤੈਨੂੰ ਬੜਾ ਚੜਿਆ ਹੋਇਆ ਖਾਲਿਸਤਾਨ, ਅਸੀਂ ਤਾਂ ਭਾਰਤੀ ਤੰਤਰ ਦੇ ਅੰਦਰੋਂ ਇਨਸਾਫ ਲੈ ਲੈਣਾ। ਕੱਲ੍ਹ ਪਰਸੋਂ ਇੱਕ ਦਾ ਇੱਥੇ ਕਾਰਗਿਲ ਦੀ ਜੰਗ ਕਹਿੰਦੇ ਲੜਿਆ ਹੋਇਆ ਬਲਵਿੰਦਰ ਸਿੰਘ, ਆ ਉਹਦੀ ਵੀਡੀਓ ਬਾਲਾਂ ਤੋਂ ਧੂਹੀ ਫਿਰਦੇ ਸੀ। ਆ ਮਨਵਿੰਦਰ ਸਿੰਘ ਗਿਆਸਪੁਰਾ ਚੰਗਾ ਭਲਾ ਬੰਦਾ, ਹੋਣ ਚੱਲਣ ਵਾਲੀ ਸਾਰੀ ਗੱਲ, ਪੰਥਕ ਬੰਦਾ, ਥਾਣੇ ਦੇ ਵਿੱਚ ਦੇਖਿਆ ਉੱਥੇ, ਤੇ ਇੱਕ ਸਿੱਖ ਦੀ ਉੱਤੇ ਬਿਨਾਂ ਕਿਸੇ ਗੱਲ ਤੋਂ ਜੁੱਤੀ ਦੀ ਨੋਕ ਨਾਲ ਪੱਗ ਲਾਹੀ ਗਈ। ਆਹ ਸਾਡਾ ਹਾਲ ਆ ਇਸ ਮੁਲਕ 'ਚ। ਕਹਿੰਦੇ ਜੀ ਬੜੀ ਇੱਜ਼ਤ ਆ, ਇੱਜ਼ਤ ਆ ਸਾਡੀ। ਜਿਹਦੇ ਪਈਆਂ ਨਹੀਂ ਨਾ ਹਜੇ, ਜਿਹਦੇ ਜੂਤ ਪਤਾਣ ਹੋਇਆ ਨਹੀਂ ਅਜੇ, ਉਹੀ ਹੈ। ਫੇਰ ਬਾਅਦ 'ਚ ਫੋਨ ਕਰਕੇ ਬੜਾ ਕਹਿਣਗੇ ਪੰਥ ਸਾਡੀ ਸਾਰ ਨਹੀਂ ਲੈਂਦਾ, ਸਾਡਾ ਜੀ ਐਂ ਹੋ ਗਿਆ ਉਹ ਹੋ ਗਿਆ। ਭਾਈ ਜੇਕਰ ਕੌਮ ਲਈ, ਧਰਮ ਲਈ, ਪੰਥ ਲਈ ਕੁਛ ਸੋਚ ਆ ਤਾਂ ਇਹ ਪਹਿਲਾਂ ਆਪਦੇ ਧਰਮ ਗ੍ਰੰਥਾਂ ਨੂੰ ਪੜ੍ਹੋ, ਗੁਰਬਾਣੀ ਨੂੰ ਪੜ੍ਹੋ, ਇਤਿਹਾਸ ਨੂੰ ਪੜ੍ਹੋ। ਹੋਰ ਨਹੀਂ ਤਾਂ ਜਿਹੜਾ ਸਾਡੇ ਸਿੱਖ ਇਤਿਹਾਸ ਨਾਲ ਸੰਬੰਧਿਤ, ਇੱਕ ਮੈਂ ਨਰਿੰਦਰਪਾਲ ਦੇ ਨਾਵਲ ਕਹਿੰਦਾ ਹੁੰਦਾ, ਖੰਨੇ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ, ਇੱਕ ਸਰਕਾਰ ਵਾਜੋਂ, ਜਾਂ ਜਿਹੜਾ ਹੈਗਾ ਸਿਰ ਦੀਜੇ ਕਾਣ ਨਾ ਕੀਜੇ, ਇੱਦਾਂ ਦੇ ਬੜੇ ਸੋਹਣੇ ਨਾਵਲ। ਹੁਣ ਇਹ ਜਿਹੜੇ ਨਾਵਲ ਨੇ ਇਹ ਇਕੱਲੇ ਨਾਵਲ ਨਹੀਂ ਹੈਗੇ, ਇਹ ਸਾਡਾ ਇਤਿਹਾਸ ਆ। ਤੁਹਾਨੂੰ ਪਤਾ ਤਾਂ ਲੱਗੇ ਕਿ ਸਾਡੇ ਜਦੋਂ ਸਿੱਖਾਂ ਦੇ ਸਿਰਾਂ ਉੱਤੇ ਮੁੱਲ ਪੈਂਦੇ ਹੁੰਦੇ ਸੀ, ਜਦੋਂ ਸਾਡਾ ਬਿਲਕੁਲ ਹੀ ਘਾਣ ਹੋ ਜਾਣਾ ਚਾਹੀਦਾ ਸੀ, ਜਦੋਂ ਸਾਡਾ ਮੁਕੰਮਲ ਖਾਤਮਾ ਹੋ, 7 ਕਤਲੇਆਮਾਂ ਹੋਈਆਂ ਨੇ, ਜਿੱਥੇ ਮਿਲਦਾ ਸਿੱਖ ਮਾਰ ਦਿਓ। ਤੇ ਫਿਰ ਨਿਕਲਿਆ ਕੀ? ਤੇ ਗੁਰੂ ਦੇ ਪਿਆਰੇ ਖਾਲਸੇ ਨੇ ਆਪਦੇ ਧਰਮ ਦੇ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ ਨਾਲੇ ਆਪ ਦੀ ਸ਼ਾਨ ਬਚਾਈ, ਨਾਲੇ ਪੰਥ ਦੀ ਚੜ੍ਹਦੀ ਕਲਾ ਕੀਤੀ, ਮਿਸਲਾਂ ਕਾਇਮ ਕੀਤੀਆਂ, ਫਿਰ ਰਿਆਸਤਾਂ ਕਾਇਮ ਕੀਤੀਆਂ। ਹੁਣ ਅੱਜ ਦਾ ਸਿੱਖ ਜਿਹੜਾ ਹੈ ਉਹ ਕਹਿੰਦਾ ਜੀ ਰਾਜ ਜਿਹੜਾ ਹੈਗਾ ਨਾ, ਰਾਜ ਵਾਲੀ ਤਾਂ ਗੱਲ ਹੀ ਨਾ ਕਰੋ। ਖਾਲਿਸਤਾਨ ਦੀ ਗੱਲ ਕਰਨ ਵਾਲੇ ਬੰਦੇ ਤਾਂ ਜੀ ਕਹਿੰਦੇ ਬਹੁਤ ਭੈੜੇ ਆ, ਬਹੁਤ ਮਾੜੇ, ਇਹ ਮਰਵਾਉਣਗੇ, ਇਹ ਹੁਣ ਬਚ ਜਾਓਗੇ। ਚਲੋ ਅਸੀਂ ਖਾਲਿਸਤਾਨ ਦੀ ਗੱਲ ਕਰਨੀ ਬੰਦ ਵੀ ਜੇ ਕਰ ਦਈਏ, ਅਸੀਂ ਵੱਖਰੇ ਰਾਜ ਦੀ ਗੱਲ ਕਰਨੀ ਬੰਦ ਕਰ ਵੀ ਦਈਏ, ਚਲੋ ਅਸੀਂ ਜਦੋਂ ਰਾਜ ਕਰੇਗਾ ਖਾਲਸਾ ਕਹਿੰਦੇ ਅਸੀਂ ਬੋਲਣੋਂ ਹਟ ਜਾ ਕਰਾਂਗੇ, ਮੰਨ ਲੈਂਦੇ ਤੁਹਾਡੀ ਗੱਲ ਸਾਰੀ। ਫਿਰ ਕੀ ਹੋ ਜੂ? ਫਿਰ ਤੁਹਾਡੇ ਛੱਤਰ ਪੈਣੇ, ਤੁਹਾਡੀ ਹੋਂਦ ਹਸਤੀ ਦਾ ਜਿਹੜਾ ਮਟਾਉਣ ਦਾ ਪ੍ਰੋਜੈਕਟ ਵਾ ਇੰਡੀਆ ਦਾ ਉਹ ਬੰਦ ਹੋ ਜੂਗਾ, ਉਹ ਤਾਂ ਹੋਰ ਚੌੜੇ ਹੋ ਜਾਣਗੇ। ਉਹਨਾਂ ਨੂੰ ਮਾੜਾ ਮੋਟਾ ਜੇ ਕੋਈ ਹੈ ਤਾਂ ਉਹ ਉਹਨਾਂ ਤੋਂ ਹੀ ਡਰ ਵਾ ਜਿਹੜੇ ਪੰਥ ਲਈ, ਪੰਜਾਬ ਲਈ ਕੁਛ ਸੋਚਦੇ ਆ। ਅੱਜ ਵੱਡੇ ਵੀਰ ਰਣਜੀਤ ਸਿੰਘ ਕੁੱਕੀ ਦੀ ਇੱਕ ਇੰਟਰਵਿਊ ਇੱਕ ਬੀਬੀ ਨੇ ਕੀਤੀ ਆ, ਜਿਹੜੀ ਇੰਟਰਵਿਊ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਉਹ ਸੁਣਨੀ ਚਾਹੀਦੀ ਆ। ਗੁਰਦੀਪ ਗਰੇਵਾਲ ਨਾਂ ਦੀ ਬੀਬੀ ਨੇ ਕੀਤੀ ਆ। ਉਸ ਇੰਟਰਵਿਊ ਵਿੱਚ ਦੱਸਿਆ ਹੋਇਆ ਕਿ ਉਹਨੇ ਇੱਕ ਸਵਾਲ ਕੀਤਾ ਬੀਬੀ ਨੇ ਕਿ ਜਦੋਂ ਇੰਦਰਾ ਦੇ ਮਰਡਰ ਤੋਂ ਬਾਅਦ ਐਡਾ ਵੱਡਾ ਜੈਨੋਸਾਈਡ ਹੋ ਗਿਆ ਸੀ, ਤੁਸੀਂ ਕੁੱਕੀ ਜੀ ਉਹ ਬੰਦੇ ਹੋ ਜਿਨ੍ਹਾਂ ਨੇ ਉਸ ਕਤਲੇਆਮ ਦੇ, ਨਸਲਕੁਸ਼ੀ ਦੇ ਦੋਸ਼ੀਆਂ ਨੂੰ, ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦੇ ਧੀ ਜਵਾਈ ਨੂੰ ਮਾਰਿਆ, ਤੇ ਤੁਹਾਨੂੰ ਉਦੋਂ ਲੱਗਿਆ ਨਹੀਂ ਵੀ ਜੇ ਵੈਦਿਆਂ ਨੂੰ ਮਾਰਾਂਗੇ ਜਾਂ ਉਹਨੂੰ ਮਾਰਾਂਗੇ, ਇਹਨੂੰ ਮਾਰਾਂਗੇ, ਤੇ ਫਿਰ ਬਾਅਦ 'ਚ ਕਿਤੇ ਦੁਬਾਰਾ ਕਤਲੇਆਮ ਨਾ ਹੋ ਜੇ, ਸਿੱਖਾਂ ਦੇ ਲਈ 84 ਨਵੰਬਰ ਵਰਗਾ ਦੁਬਾਰਾ ਨਾ ਹੋ ਜੇ। ਉਹਨੇ ਇਹ ਗੱਲ ਕਹੀ, ਬੜਾ ਸੋਹਣਾ ਜਵਾਬ ਦਿੱਤਾ ਵੀਰ ਨੇ। ਕਹਿੰਦਾ ਜੀ ਗੱਲ ਇਹ ਹੈ ਬਈ ਅਸੀਂ ਜਦੋਂ ਇਹ ਐਕਸ਼ਨ ਕੀਤੇ
ਉਦੋਂ ਪਹਿਲਾਂ ਇਹ ਸੀ ਕਿ ਸਿੱਖਾਂ ਨੂੰ ਐ ਸਿਰ ਨੀਵਾਂ ਹੋਇਆ ਦਿਖਦਾ ਸੀ, ਜਿਵੇਂ ਪੱਗ ਪੈਰਾਂ 'ਚ ਡਿੱਗ ਪਈ ਹੋਵੇ ਲੈ ਕੇ। ਤੇ ਜਦੋਂ ਅਸੀਂ ਇਹ ਠੋਕੇ ਉਦੋਂ ਬਾਅਦ ਵਿੱਚ ਸਿੱਖ ਖੜੇ ਹੋ ਗਏ। ਸਿੱਖਾਂ ਨੇ ਆਖਿਆ ਕਿ ਹਾਂ ਅਸੀਂ ਵੀ ਕੁਛ ਕਰਨ ਜੋਗੇ ਹਾਂ, ਤੇ ਦੁਸ਼ਮਣ ਦੇ ਦਿਲਾਂ ਵਿੱਚ ਧਾਕ ਪੈ ਗਈ। ਇਹ ਗੱਲ ਮੈਂ ਥੋੜ੍ਹੀ ਜਿਹੀ ਹੋਰ ਕਰਕੇ ਸਮਾਪਤੀ ਕਰਨੀ ਆ, ਟਾਈਮ ਕਾਫੀ ਹੋ ਗਿਆ। ਆ ਥੋੜ੍ਹੇ ਦਿਨ ਹੋਏ ਆ ਉਹ ਬਾਬਰੀ ਮਸਜਿਦ ਵਾਲੇ ਫੈਸਲੇ ਤੋਂ ਬਾਅਦ ਉਹਨਾਂ ਨੇ ਫੁਕਰੀਆਂ ਮਾਰੀਆਂ ਨੇ ਕਿ ਅਸੀਂ ਜੀ ਤੋੜੀ ਸੀ ਮਸਜਿਦ, ਸਾਡਾ ਕਿਸੇ ਨੇ ਕੀ ਕਰ ਲਿਆ, ਅਸੀਂ ਕਾਂਸ਼ੀ ਤੇ ਮਥੁਰਾ ਵੀ ਤੋੜਾਂਗੇ। ਇਹੋ ਜਿਹੀਆਂ ਸਟੇਟਮੈਂਟਾਂ ਆਇਆ ਕਰਨੀਆਂ ਸੀ ਜੇ ਵੈਦਿਆ ਨੂੰ ਤੇ ਇੰਦਰਾ ਨੂੰ ਨਾ ਠੋਕਿਆ ਹੁੰਦਾ। ਇੰਦਰਾ ਤੇ ਵੈਦਿਆ ਨੇ ਜਦੋਂ ਕਿਹਾ ਕਰਨਾ ਸੀ ਨਾ ਜਿਹੜੇ ਸਿਕਿਉਰਿਟੀ 'ਚ ਖੜ ਕੇ ਕਿ ਅਸੀਂ ਅਕਾਲ ਤਖ਼ਤ ਢਾਇਆ ਸੀ, ਸਾਡਾ ਸਿੱਖਾਂ ਨੇ ਕੀ ਕਰ ਲਿਆ, ਪੱਲੇ ਕੱਖ ਨਹੀਂ ਸੀ ਰਹਿਣਾ ਆਪਣੇ। ਜਿਵੇਂ ਅੱਜ ਇਹ ਕਹਿੰਦੇ ਨੇ ਬਾਬਰੀ ਮਸਜਿਦ ਅਸੀਂ ਤੋੜੀ ਸੀ। ਦੂਜੀ ਗੱਲ, ਜੇ ਨਵੰਬਰ 1984 ਦੇ ਨਸ਼ਲਕੁਸ਼ੀ ਦੇ ਜ਼ਿੰਮੇਵਾਰ ਲੋਕਾਂ ਨੂੰ ਸਾਡੇ ਭਰਾ ਨਾ ਠੋਕਦੇ, ਇੱਕ ਕਤਿਆਲ ਠੋਕਿਆ ਸੀ ਇੱਥੇ ਕਾਨਪੁਰ ਦੇ ਵਿੱਚ, ਤੇ ਹੋਰ ਸੀ ਕਈ, ਜੇ ਨਾ ਠੋਕੂ ਲੱਗਦਾ ਨਾ ਉਦੋਂ ਇਹਨਾਂ ਦਾ, ਤਾਂ ਅੱਜ ਸਥਿਤੀ ਇਹ ਨਹੀਂ ਸੀ ਹੋਣੀ ਜਿਹੜੀ ਅੱਜ ਵਾ। ਹੁਣ ਤਾਂ ਜਗਦੀਸ਼ ਟੈਟਲਰ ਵਰਗੇ, ਸੱਜਣ ਕੁਮਾਰ ਵਰਗੇ ਦੁੰਮ ਦਵਾਈ ਫਿਰਦੇ ਆ, ਪੂਛ ਚੱਡਿਆਂ 'ਚ ਲਈ ਫਿਰਦੇ, ਨਹੀਂ ਅਸੀਂ ਨਹੀਂ ਕੀਤਾ ਜੀ, ਅਸੀਂ ਨਹੀਂ ਕੀਤਾ, ਅਸੀਂ ਨਹੀਂ ਸੀਗੇ ਜੀ, ਤਾਂ ਅਸੀਂ ਤਾਂ ਜੀ ਬੜੇ ਸਿੱਖਾਂ ਦੇ ਤੈਸ਼ੀ। ਹੁਣ ਜਿਹੜੇ ਬੰਦੇ ਨੇ ਉਦੋਂ 30-35 ਸਾਲ ਦੀ ਉਮਰ ਹੋਵੇ, ਜਿਹਨੇ ਉਦੋਂ ਕਰਤੂਤ ਕੋਈ ਕਰ ਲਈ ਹੋਵੇ ਨਵੰਬਰ 84 'ਚ, ਅੱਜ ਵੀ 70-80 ਸਾਲ ਉਮਰ ਹੋ ਗਈ ਉਹਦੀ, ਅੱਜ ਵੀ ਐਂ ਦਿਲ ਕਰਦਾ ਹੋਣਾ ਵੀ ਕਿਤੇ ਕਿਸੇ ਨੇ ਦੱਸ ਨਾ ਦਿੱਤਾ ਹੋਵੇ ਵੀ ਮੈਂ ਵੀ ਉਦੋਂ ਪੰਗਾ ਲਿਆ ਸੀਗਾ। ਅੱਜ ਵੀ ਉਹਨੂੰ ਚਾਹੇ ਘੋਣ ਮੋਂਜਾ ਕੋਲ ਦੀ ਸਿੱਖ ਨਿੰਘਦਾ ਹੋਵੇ, ਕਿਉਂਕਿ ਉਹਨੂੰ ਚੇਤਾ ਆਉਂਦਾ ਹੋਊ ਵੀ ਜਿੰਦੇ ਸੁੱਖੇ ਹੋਣੀ ਵੀ ਇਹੋ ਜਿਹੇ ਸੀਗੇ ਜਦੋਂ ਦਿੱਲੀ 'ਚ ਆਏ ਨੇ ਭਾਈ ਰਣਜੀਤ ਸਿੰਘ ਕੁੱਕੀ ਹੋਣੀ ਜਾਂ ਹੋਰ ਸਾਰੇ, ਉਸ ਟਾਈਮ ਮੂੰਹ ਬਣਾ ਕੇ ਗਏ ਨੇ, ਵਾਰਦਾਤਾਂ ਕੀਤੀਆਂ ਨੇ। ਇਹ ਜਿਹੜੀ ਸਾਡੇ ਸਿੱਖਾਂ ਦੇ ਪੁੱਤਾਂ ਨੇ, ਸਾਡੇ ਕੌਮ ਦੀ ਸਿਰ ਦੇ ਪੱਗ ਇਹਨਾਂ ਨੇ ਰੱਖੀ ਹੈ, ਇਹਨਾਂ ਨੇ ਠੋਕੇ ਨੇ ਤੇ ਉਹਦੇ ਦੁਸ਼ਮਣ ਦੇ ਦਿਲ 'ਚ ਧਾਕ ਪਾਈ। ਹੁਣ ਇੱਕ ਸਥਿਤੀ ਉਹ ਆ ਜਦੋਂ ਦੁਸ਼ਮਣ ਤੁਹਾਡੇ ਸਿਰ ਤੇ ਚੜ੍ਹਦਾ, ਇੱਕ ਸਥਿਤੀ ਇਹ ਆ ਜਦੋਂ ਦੁਸ਼ਮਣ ਦੇ ਦਿਲ 'ਚ ਇਹ ਪੈਂਦਾ ਕਿ ਸਿੱਖਾਂ ਤੋਂ ਬਚੋ ਭਾਈ। ਇਵੇਂ ਹੀ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਉਹ ਲੀਡਰਸ਼ਿਪ ਨਹੀਂ ਚਾਹੀਦੀ ਜਿਹੜੀ ਦਿੱਲੀ ਵਾਲਿਆਂ ਨੂੰ ਇਹ ਕਹਿਣ ਲਈ ਮਜਬੂਰ ਕਰੇ ਕਿ ਜਿੱਦਾਂ ਮਰਜ਼ੀ ਰਗੜੋ, ਇਹ ਕੋਈ ਬੰਦੇ ਨੇ, ਗੱਲਾਂ ਬਾਤਾਂ ਮਾਰ ਕੇ ਜਦੋਂ ਮਰਜ਼ੀ ਚਾਰ ਲਈਦਾ, ਇਹ ਕੋਈ ਬੰਦੇ ਨੇ। ਇਸ ਟਾਈਮ ਤੁਹਾਨੂੰ ਉਸ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਨੰਗੇ ਧੜ, ਜਿਹੜੀ ਸਵਾਰਥਹੀਣ ਹੋਵੇ। ਪਰ ਤੁਹਾਨੂੰ ਲੀਡਰ ਉਹ ਚਾਹੀਦੇ ਆ ਜਿਹਦੇ ਕੋਲੇ 35-40 ਕਾਰਾਂ ਕੋਠੀਆਂ ਹੋਣ, ਚਿੱਟਾ ਕੁੜਤਾ ਪਜਾਮਾ ਹੋਵੇ, ਕਰੀਜ਼ ਟੁੱਟਣ ਨਾ ਦੇਵੇ, ਤੇ ਆਪਣੀ ਪੰਜਾਬ ਦੀ ਭਾਈ ਹੋਣੀ ਇਹ ਚਿੱਟੀਆਂ ਕਰੀਜ਼ਾਂ ਵਾਲੇ ਲੈਂਡ ਕਰੂਜ਼ਰ ਵਾਲੇ ਨਹੀਂ ਬਚਾ ਸਕਦੇ। ਇਹ ਤਾਂ ਜਿਹੜੇ ਗੱਡਿਆਂ ਤੇ ਵਿਚਾਰੇ ਇੱਕ ਬਲਦ ਵਾਲੇ ਜਿਹੜੇ ਤੇ ਪੱਠੇ ਲਈ ਆਉਂਦੇ ਹੁੰਦੇ ਨੇ, ਕਈ ਪਿੰਡਾਂ 'ਚ ਅਸੀਂ ਜਾਈਦਾ, ਆਪਦੇ ਜਿਹੜੇ ਸੰਘਰਸ਼ ਦੇ ਸੱਜਣ ਮਿੱਤਰ ਨੇ ਉਹਨਾਂ ਨੂੰ ਜਦੋਂ ਮਿਲੀਦਾ, ਘਰ ਦੇ ਕਹਿੰਦੇ ਉਹ ਤਾਂ ਖੇਤ ਗਿਆ ਹੋਣਾ, ਜਦੋਂ ਕਾਰ ਜਾ ਕੇ ਖੇਤ 'ਚ ਖੜੀ ਕਰੀਦੀ ਆ, ਉਹ ਉੱਥੇ ਪਾਣੀ ਦੀ ਵਾਰੀ ਹੁੰਦੀ ਆ, ਉਹ ਉੱਥੇ ਵਿਚਾਰਾ ਲੱਗਿਆ ਹੁੰਦਾ, ਤੇ ਉਹਨੂੰ ਕਹੀਦਾ ਯਾਰ ਐਤਕੀ 6 ਜੂਨ ਨੂੰ ਵੀ ਨਹੀਂ ਆਇਆ, ਕਹਿੰਦਾ ਭਾਈ ਉਦੋਂ 84 'ਚ ਜੋ ਕੁਛ ਹੋ ਗਿਆ ਕਰ ਲਿਆ, ਹੁਣ ਆ ਨਵੇਂ ਗੁੱਡੀਆਂ ਨਵੇਂ ਪਟੋਲੇ ਆ, ਸਾਡੇ ਵਰਗਾ ਨੂੰ ਕੋਈ ਪੁੱਛਦਾ ਇੱਥੇ, ਬੜਾ ਔਖਾ ਜੀ, ਬੜੀ ਕੌਮ ਦੀ ਜਿਹੜੀ ਹੈਗੀ ਆ ਸੇਵਾ ਕੀਤੀ ਸੱਚੇ ਪਾਤਸ਼ਾਹ ਨੇ, ਜਿੰਨੀ ਕੁ ਸਭ ਤੋਂ ਹੋਣਾ ਸੀ ਉਹ ਹੋ ਗਿਆ, ਤੇ ਹੁਣ ਤਾਂ ਨਵੇਂ ਲੀਡਰ ਨੇ, ਨਵੀਆਂ ਗੱਲਾਂ ਨੇ, ਜਿਹੜਾ ਸਭ ਤੋਂ ਵੱਧ ਝੂਠ ਬੋਲ ਸਕਦਾ, ਜਿਹੜਾ ਸਭ ਤੋਂ ਵੱਧ ਫੁਕਰੀ ਮਾਰ ਸਕਦਾ, ਜਿਹੜਾ ਵੱਡੀ ਸਾਰੀ ਭੜਕੀਲੀ ਜੀ ਗੱਲ ਕਰ ਸਕਦਾ, ਉਹ ਲੀਡਰ ਵਾ। ਤੇ ਅਸੀਂ ਤਾਂ ਭਰਾਵਾ ਉਹ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਫਲਾਨੇ ਥਾਣੇਦਾਰ ਨੇ ਜਾਂ ਫਲਾਨੇ DSP ਨੇ ਜਾਂ ਫਲਾਨੇ ਹਿੰਦੂ ਕੱਟੜਪੰਥੀ ਨੇ ਸਿੱਖੀ ਅਤੇ ਸਿੱਖਾਂ ਦਾ ਨੁਕਸਾਨ ਕੀਤਾ, ਅਸੀਂ ਤਾਂ ਠਾਹ ਦੇਣੇ ਹੋ ਇੱਕ 'ਚ ਗੋਲੀ ਮਾਰੀ, ਤੇ ਮੁੜ ਕੇ 15 ਸਾਲ ਕੱਟ ਕੇ ਆ ਬੈਠੇ ਆ, ਇੱਕ ਬਲਦਾੜੀ ਰੇੜੀ ਰੱਖੀ ਹੋਈ ਆ, ਪੱਟੇ ਲੈਣ ਚੱਲੇ ਆ। ਮੈਨੂੰ ਕਿੱਥੇ 6 ਜੂਨ ਨੂੰ ਬੇਲ ਹੁੰਦੀ ਆ ਵੀਰ, ਉਹ ਦਿਨ ਤਾਂ ਸਿੰਘਣੀ ਨੂੰ ਲੈ ਕੇ ਜਾਣਾ ਸੀਗਾ ਦਾਖਲਾ ਉੱਥੇ ਹਸਪਤਾਲ, ਮੇਰੀ ਮਾਂ, ਉਦੋਂ ਤਾਂ ਮੈਂ ਉੱਥੇ ਜਾਣਾ ਸੀ, ਮੈਨੂੰ 6 ਜੂਨ ਸੁੱਝਦੀ ਹੈ। ਸੋ ਜਿਹੜੇ ਕੌਮ ਲਈ ਲੜੇ, ਜਿਹੜੇ ਪੰਥ ਲਈ ਜੂਝੇ, ਉਹਨਾਂ ਦੀ ਕਦਰ ਕਰਨ ਦੀ ਬਜਾਏ, ਜਿਹੜੇ ਸ਼ਹੀਦ ਹੋ ਗਏ ਉਹਨਾਂ ਦੇ ਦਿਨ ਮਨਾਉਣ ਦੀ ਬਜਾਏ, ਜਦੋਂ ਆਪਾਂ ਤੋਰੀ ਇਹਨਾਂ ਮਗਰ ਪਏ ਲੰਡੂਆਂ ਦੇ ਮਗਰ, ਜਿਨ੍ਹਾਂ ਦਾ ਇੱਕ ਨਿਸ਼ਾਨਾ ਹੈਗਾ ਕਿ ਸਾਨੂੰ ਕੁਰਸੀ ਦੇ ਦਿਓ। ਬਾਬਾ ਜਰਨੈਲ ਸਿੰਘ ਵੀ ਕਹਿੰਦੇ ਹੁੰਦੇ ਸੀ ਵੀ ਅੱਜ ਦੇ ਲੀਡਰਾਂ ਦਾ ਨਿਸ਼ਾਨਾ ਇਹ ਬਣਿਆ ਹੋਇਆ, ਧਰਮ ਜਾਂਦਾ ਤਾਂ ਜਾਵੇ ਮੇਰੀ ਕੁਰਸੀ ਕਿਤੇ ਨਾ ਜਾਵੇ। ਸੋ ਜਿਨ੍ਹਾਂ ਦਾ ਨਿਸ਼ਾਨਾ ਮੇਰੀ ਕੁਰਸੀ ਕਿਤੇ ਨਾ ਜਾਵੇ ਉਹ ਸਾਨੂੰ ਚੰਗੇ ਲੱਗਦੇ ਆ। ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਚਿੱਟੀਆਂ ਦਾੜੀਆਂ ਹੋ ਗਈਆਂ, ਆ ਭਾਈ ਲਾਲ ਸਿੰਘ ਵਰਗਿਆਂ ਨੂੰ ਦੇਖੋ, 28 ਸਾਲ। ਮੈਂ ਜਦੋਂ ਜੇਲ੍ਹ 'ਚ ਗਿਆ ਮੈਂ ਹੈਰਾਨ ਹੋ ਗਿਆ ਵੀ ਅਸੀਂ ਕਹਿੰਦੇ ਸਾਡੀ ਜ਼ਮਾਨਤ ਛੇਤੀ ਦੇਣੇ ਹੋ ਜੇ, ਤੇ 2008 'ਚ ਮੈਂ ਗਿਆ ਸੀ, ਤੇ ਉਹ ਕਹਿੰਦਾ ਮੈਂ 1992 ਦਾ ਅੰਦਰ ਬੈਠਾ। ਅੱਜ 1992 ਤੋਂ ਅੱਜ 2020 ਵਿੱਚ ਜਦੋਂ ਆਇਆ ਤਾਂ 28 ਸਾਲ ਬਾਅਦ ਆਇਆ, 28 ਸਾਲ ਬਾਅਦ। ਪ੍ਰੋਫੈਸਰ ਭੁੱਲਰ ਵਰਗੇ ਇਹ ਅਸਲੀ ਸੰਤ ਮਹਾਂਪੁਰਸ਼ ਜੇ ਕਿਸੇ ਨੇ ਦੇਖਣੇ ਹੋਣਾ। ਕੱਲ੍ਹ ਪਰਸੋਂ ਕਿਸੇ ਨੇ ਭਾਈ ਜਿੰਦੇ ਸੁੱਖੇ ਦੀ
ਜਿਹੜੀ ਪੋਸਟ ਬੜੀ ਸੋਹਣੀ ਲਿਖੀ ਸੀ ਵੀ ਜਿਹੜੇ ਸੁਨੀਲ ਦੀਆਂ ਕਿਰਪਾਨਾਂ ਵਾਲੇ ਹੁੰਦੇ ਆ ਨਾ ਉਹ ਸੰਤ ਨਹੀਂ ਹੁੰਦੇ, ਆਹ ਹੁੰਦੇ ਆ ਮਹਾਂਪੁਰਸ਼ ਖੜੇ ਆ ਨਾ, ਜਿਨ੍ਹਾਂ ਨੇ ਕਿਹਾ ਕਿ ਤੂੰ ਫਾਂਸੀ, ਉਹ ਜਿਹੜਾ ਜੱਜ ਸੀ ਨਾ, ਜੱਜ ਨੇ ਰੋਂਦੇ ਨੇ ਕਿਹਾ ਮੈਨੂੰ ਫੋਟੋ ਦੇ ਦਿਓ ਯਾਰ, ਮੈਂ ਆਪਦੇ ਚੱਕੀ 'ਚ ਲਾਉਣੀ ਆ। ਇੰਨਾ ਵੀ ਕੋਈ ਕੌਮ ਨੂੰ ਪਿਆਰ ਕਰਨ ਵਾਲਾ ਬੰਦਾ ਹੁੰਦਾ ਜਿਹੜਾ ਠੋਕ ਵਜਾ ਕੇ ਕਵੇ ਸਾਨੂੰ ਫਾਂਸੀ ਦੇ ਦਿਓ, ਪਰ ਅਸੀਂ ਆਪਦੀ ਕੌਮ ਦਾ ਸਿਰ ਨਹੀਂ ਨੀਵਾਂ ਹੁੰਦੇ। ਆ ਸੁਣਿਓ ਇੱਥੇ ਕਿਤੇ ਆ ਕੇ ਨਿਰਮਲ ਸਿੰਘ ਜਿਹੜਾ ਤੀਜਾ ਸਿੰਘ ਸੀਗਾ ਜਿਹੜਾ ਬਚ ਕੇ ਆਇਆ ਫਾਂਸੀ ਤੋਂ, ਦਰਬਾਰ ਸਾਹਿਬ ਦੇ ਵਿੱਚ ਉਹ ਜੋਬ ਕਰਦਾ, ਕਿਸੇ ਆ ਕੇ ਮਿਲਿਓ ਸ਼੍ਰੋਮਣੀ ਕਮੇਟੀ ਦੇ ਕਿਸੇ ਮੁਲਾਜ਼ਮ ਨੂੰ ਪੁੱਛ ਲਓ ਯਾਰ ਇੱਥੇ ਨਿਰਮਲ ਸਿੰਘ ਨਿੰਮਾ ਜਿਹੜਾ ਭਾਈ ਜਿੰਦੇ ਸੁੱਖੇ ਦੇ ਨਾਲ ਦਾ ਸੀ, 2 ਮਿੰਟ ਉਹਦੇ ਨਾਲ ਗੱਲ ਤਾਂ ਕਰਕੇ ਦੇਖੋ ਉਹ ਬੰਦੇ ਕਿਹੋ ਜਿਹੇ ਸੀ। ਅੱਜ ਜਦੋਂ 1990 ਦੇ ਵਿੱਚ ਨਾ ਭਾਈ ਆਪਣਾ ਜਗਰਾਜ ਸਿੰਘ ਤੂਫਾਨ ਸ਼ਹੀਦ ਹੋ ਗਏ। ਭਾਈ ਜਗਰਾਜ ਸਿੰਘ ਤੂਫਾਨ ਜਦੋਂ ਸ਼ਹੀਦ ਹੋਇਆ ਉਹਦੇ ਭੋਗ 'ਤੇ ਬਹੁਤ ਵੱਡਾ ਇਕੱਠ ਹੋ ਗਿਆ, 5 ਲੱਖ ਤੋਂ ਵੱਧ ਸੰਗਤ ਉੱਥੇ ਪਹੁੰਚ। ਜਿਹੜੀ ਫਿਲਮ ਬਣੀ ਆ ਰਣਜੀਤ ਬਾਵੇ ਵਾਲੀ, ਉਹਦੇ ਸ਼ੁਰੂ 'ਚ ਵੀ ਤੁਸੀਂ ਦੇਖ ਸਕਦੇ ਹੋ, ਉਹ ਹਰਭਜਨ ਲਾਖਾ ਜਿਹੜਾ ਪਿਛਲੇ ਸਾਲ 2 ਸਾਲ ਹੋ ਗਿਆ, ਫਿਰ ਅੰਮ੍ਰਿਤ ਵੀ ਛਕ ਲਿਆ ਸੀ ਉਹਨੇ, BSP ਦਾ ਲੀਡਰ ਸੀਗਾ, ਅਤੇ ਉਹ ਚੜ੍ਹਾਈ ਕਰ ਗਿਆ। ਹੁਣ ਤਾਂ ਉਹਨੇ ਪਾਰਲੀਮੈਂਟ ਦੇ ਵਿੱਚ ਕਿਹਾ, ਪਾਰਲੀਮੈਂਟ ਦੇ ਵਿੱਚ ਚਰਚਾ ਹੋਈ ਉਹਦੀ ਭਾਈ ਜਗਰਾਜ ਸਿੰਘ ਤੂਫਾਨ ਦੇ ਭੋਗ ਦੀ, ਕਹਿੰਦਾ 5-5 ਲੱਖ ਜਿਨ੍ਹਾਂ ਦੇ ਭੋਗਾਂ 'ਤੇ ਆਉਂਦਾ, ਇਹ ਆ ਪੰਜਾਬ ਦੇ ਅਸਲੀ ਰੀਪ੍ਰਜੈਂਟੇਟਿਵ, ਪੰਜਾਬ ਦੇ ਅਸਲੀ ਪ੍ਰਤੀਨਿਧ ਤਾਂ ਇਹ ਨੇ ਜਿਨ੍ਹਾਂ ਦੇ ਮਰਗ ਦੇ ਭੋਗ ਦੇ ਉੱਤੇ 5-5 ਲੱਖ ਗੋਲੀਆਂ ਡਾਂਗਾਂ AK-47 ਲੈ ਕੇ ਖੜੀ ਸੀ ਫੌਜ ਵੀ ਮਾਰ ਦਿਆਂਗੇ, ਨਹੀਂ ਸਿੱਖ ਰੁਕੇ ਗਏ ਸੀ। ਉਦੋਂ ਅਸੀਂ ਗੋਲੀਆਂ ਬੰਬਾਂ ਤੋਪਾਂ ਦੇ ਸਾਹਮਣੇ ਵੀ ਸਾਡੇ ਬਜ਼ੁਰਗ ਜਿਹੜੇ ਸੀ ਭੋਗਾਂ 'ਤੇ ਜਾਂਦੇ ਸੀ ਸ਼ਹੀਦਾਂ ਦੇ। ਅੱਜ ਪਿੰਡ 'ਚ ਕਿਸੇ ਨੇ ਜੇ ਆਪਦੇ ਘਰੇ ਆਪਦੇ ਸ਼ਹੀਦ ਹੋਏ ਪੁੱਤ ਦਾ ਭੋਗ ਰੱਖਿਆ ਹੁੰਦਾ ਤਾਂ ਸਾਰੇ ਪਿੰਡ ਦੀ ਮੰਡੀਰ ਨੂੰ ਵਿਪਤਾ ਪਈ ਹੁੰਦੀ ਹੈਗੀ ਆ ਵੀ ਯਾਰ ਆਪਾਂ ਬਾਦਲ ਸਾਹਿਬ ਦੀ ਰੈਲੀ 'ਤੇ ਜਾਣਾ, ਕੈਪਟਨ ਸਾਹਿਬ ਦੀ ਰੈਲੀ 'ਤੇ ਜਾਣਾ। ਕਈ ਮੇਰੇ ਵਰਗਿਆਂ ਨੂੰ ਹੁੰਦਾ ਵੀ ਨਸ਼ੇ ਦਾ ਇੰਤਜ਼ਾਮ ਕਰਨਾ, ਕੋਈ ਉਹ ਕਰਨਾ, ਆਹ ਕਰਨਾ। ਇੱਥੇ ਬਾਬੇ ਮਾਨੋ ਚਾਹਲ ਦੀ ਬਰਸੀ ਹੁੰਦੀ ਹੈ, ਭਾਈ ਸੁਖਦੇਵ ਸਿੰਘ ਜਿਹੜਾ ਹੈਗਾ ਉਹਨਾਂ ਦੀ, ਸੁਖਦੇਵ ਸਿੰਘ ਬੱਬਰ ਦੀ ਬਰਸੀ ਮਨਾਈ ਜਾਂਦੀ ਆ, ਭਾਈ ਸੁਖਦੇਵ ਸਿੰਘ ਚੱਬੇ ਦੀ ਬਰਸੀ ਮਨਾਈ ਜਾਂਦੀ ਆ, ਅਤੇ ਭਾਈ ਮਾਸਟਰ ਸੁਲੱਖਣ ਸਿੰਘ ਹੁਣੀ, ਭਾਈ ਸੁਖਵਿੰਦਰ ਸਿੰਘ ਦਾਭਾਵਾਲ, ਬਾਬਾ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ। ਇਹ ਸਾਰੇ ਸਮਾਗਮਾਂ ਵਾਲੇ ਦਿਨਾਂ 'ਚ ਸਾਨੂੰ ਕੰਮ ਬੜੇ ਲੱਭ ਜਾਂਦੇ ਆ। ਕੋਈ ਲੀਡਰ ਨੇ ਕਿਤੇ ਆਉਣਾ ਹੋਵੇ ਫਿਰ ਸਾਡੇ ਕੋਲੇ ਵਾਧੂ ਮਤਲਬ ਬੇਲ। ਅਸੀਂ ਆਪਦੇ ਪੰਥ ਲਈ ਮਰਨ ਵਾਲਿਆਂ ਨੂੰ ਭੁੱਲ ਗਏ। ਜਿਹੜੀ 300 ਫਿਲਮ ਆ ਨਾ, ਉਹਦੇ ਐਂਡ ਦੇ ਉੱਤੇ ਇੱਕ ਬੜਾ ਸੋਹਣਾ ਸੀਨ ਆ, ਜਦੋਂ ਉਹ ਕਹਿੰਦਾ ਜਿਹੜਾ ਹੀਰੋ ਆ ਫਿਲਮ ਦਾ, ਕਹਿੰਦਾ ਜਾ ਕੇ ਦੱਸੀ ਉਹਨਾਂ ਲੋਕਾਂ ਨੂੰ ਇਹ ਸਾਡੀ ਬਹਾਦਰੀ ਦੀ ਦਾਸਤਾਨ ਬੇਸ਼ੱਕ ਨਾ ਸੁਣਾਈ, ਪਰ ਅਸੀਂ ਲੜੇ ਕਿਉਂ ਸੀ। ਇਹ ਜ਼ਰੂਰ ਲੋਕਾਂ ਨੂੰ ਸਾਡੇ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਲੜੇ ਕਿਉਂ ਸੀ, ਅਸੀਂ ਮਰੇ ਕਿਉਂ ਸੀ। ਅੱਜ ਆਪਾਂ ਨੂੰ ਪਤਾ ਵੀ ਉਹ ਲੜੇ ਕਿਉਂ ਸੀ, ਮਰੇ ਕਿਉਂ ਸੀ। ਸਾਨੂੰ ਆਹ ਇੰਡੀਅਨ ਮੀਡੀਆ ਅਤੇ ਆਹ ਬਾਦਲ ਕੈਪਟਨ ਵਰਗੇ ਜਿਹੜਾ ਉਹਨਾਂ ਬਾਰੇ ਦੱਸਦੇ ਆ, ਇਹ ਸਰਾਸਰ ਝੂਠ ਆ। ਉਹ ਪੰਥ ਦੇ ਲਈ ਮਰੇ ਸੀ, ਪੰਥ ਲਈ ਲੜੇ ਸੀ। ਕੋਈ ਕਿਸੇ ਦੇ ਦਿਲ ਦੇ ਵਿੱਚ ਕੋਈ ਰਿਵੈਂਜ, ਕੋਈ ਬਦਲਾ, ਕੋਈ ਨਫ਼ਰਤ ਨਹੀਂ ਸੀ ਕਿਸੇ ਖਿਲਾਫ। ਜਦੋਂ ਪੰਥ ਜਿਹੜਾ ਸੀਗਾ ਉਹਨੂੰ ਲੋੜ ਸੀ, ਗੱਭਰੂਆਂ ਨੇ ਆਪਦੇ ਮਾਪੇ ਭੈਣ ਭਰਾ ਸਾਰਾ ਕੁਛ ਤਿਆਗਤਾ। ਉਹਨਾਂ 'ਚ ਸੈਂਕੜੇ ਘਾਟਾਂ ਅਤੇ ਕਮਜ਼ੋਰੀਆਂ ਹੋਣਗੀਆਂ, ਪਰ ਉਹ ਇਹਨਾਂ ਵਰਗੇ ਜਿਨ੍ਹਾਂ ਨੂੰ ਅੱਜ ਤੁਸੀਂ ਮੰਨੀ ਫਿਰਦੇ ਹੋ ਸਭ ਕੁਛ, ਇਹਨਾਂ ਵਰਗੇ ਨਹੀਂ ਸੀ। ਉਹ ਸੂਰਮੇ ਸੀ, ਕੌਮ ਲਈ ਲੜੇ, ਕੌਮ ਲਈ ਜੂਝੇ, ਅਤੇ ਬਹੁਤ ਸਾਰੇ ਉਹਨਾਂ 'ਚੋਂ ਸ਼ਹੀਦ ਹੋ ਗਏ। ਉਹਨਾਂ ਦੇ ਦਿਨ ਮਨਾਉਣੇ ਚਾਹੀਦੇ। ਬਹੁਤ ਸਾਰੇ ਜਿਹੜੇ ਆ ਬਚ ਗਏ, ਉਹਨਾਂ ਨੂੰ ਸਾਨੂੰ ਸਾਥ ਸਹਿਯੋਗ, ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਅਤੇ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਅੱਜ ਵੀ ਜੇਲ੍ਹਾਂ 'ਚ ਬੰਦ ਨੇ, ਬਹੁਤ ਸਾਰੇ ਵਿਦੇਸ਼ਾਂ 'ਚ ਨੇ। ਮੈਂ ਤਾਂ ਉਹਨਾਂ ਦਾ ਸਤਿਕਾਰ ਵੀ ਕਰਦਾ ਜਿਹੜੇ ਕਿਸੇ ਵੇਲੇ ਇਸ ਸੰਘਰਸ਼ ਦੇ ਵਿੱਚ ਕੁੱਦੇ, ਪਰ ਬਾਅਦ ਵਿੱਚ ਕਿਸੇ ਕਾਰਨ ਉਹ ਪਿੱਛੇ ਮੁੜ ਗਏ। ਉਹ ਉਹਨਾਂ ਦਿਨਾਂ 'ਚ ਘਰਾਂ 'ਚੋਂ ਨਿਕਲੇ ਸੀ ਜਦੋਂ ਇਸ ਗੱਲ ਦੀ ਗਰੰਟੀ ਸੀ ਕਿ ਹੁਣ ਲਾਸ਼ ਹੀ ਘਰੇ ਜਾਊ। ਸਾਡੇ ਨਾਲੋਂ ਅੱਜ ਤਾਂ ਖਾਲਿਸਤਾਨੀ ਬਣਨਾ ਬੜਾ ਹੀ ਸੌਖਾ। 2 ਨਾਅਰੇ ਮਾਰੋ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨੀ ਬਣ ਗਏ। ਪਰ ਉਦੋਂ ਖਾਲਿਸਤਾਨੀ ਹੋਣ ਦੇ ਅਰਥ ਬੜੇ ਖਤਰਨਾਕ ਸੀ। ਉਦੋਂ ਪਤਾ ਨਹੀਂ ਸੀ ਹੁੰਦਾ ਵੀ ਦੁਬਾਰਾ ਘਰਦਿਆਂ ਨੂੰ ਲਾਸ਼ ਮਿਲੂਗੀ ਕਿ ਨਹੀਂ। ਉਹਨਾਂ ਦਿਨਾਂ ਵਿੱਚ ਜਿਹੜੇ ਭਰਾ ਨਿਕਲੇ, ਉਹਨਾਂ ਦੇ ਬਾਰੇ ਜਿਹੜੇ ਸੋਸ਼ਲ ਮੀਡੀਆ ਉੱਤੇ ਆਪਾਂ ਬੜਾ ਕੁਛ ਕਰਦੇ ਹਾਂ। ਕਈ ਸਾਡੇ ਇਹੋ ਜਿਹੇ ਭੈਣ ਭਰਾ ਕਿ TV ਚੈਨਲ ਕੇਬਲਾਂ ਵਾਲੇ ਚੱਲੇ ਹੋਏ ਨੇ, ਜਿਹੜੇ ਇਹੋ ਜਿਹੇ ਸਿੰਘਾਂ ਨਾਲ ਇੰਟਰਵਿਊਜ਼ ਕਰਦੇ ਆ, ਉਹਦੇ ਪਰਿਵਾਰਾਂ ਦੀ ਦਾਸਤਾਨ ਸੁਣਾਉਂਦੇ ਆ। ਭਾਈ ਜੇਕਰ ਅਸੀਂ ਸਿੱਖ ਸੰਘਰਸ਼ ਦਾ ਹਿੱਸਾ ਬਣੇ ਲੋਕਾਂ ਨੂੰ ਨਹੀਂ ਸੰਭਾਲਾਂਗੇ ਤਾਂ ਸਾਡੇ ਲਈ ਮਾੜੀ ਗੱਲ ਹੋ। ਸੋ ਆਓ ਆਪਾਂ ਆਪਦੀ ਧਿਰ ਨੂੰ ਪਛਾਣੀਏ। ਸਾਡੀ ਧਿਰ ਉਹ ਆ ਜਿਹੜੀ ਬਾਬਾ ਜਰਨੈਲ ਸਿੰਘ ਵਾਲੀ ਧਿਰ। ਆਪਣੀ ਧਿਰ ਉਹ ਆ ਜਿਹੜੀ ਸਿੱਖ ਪੰਥ ਲਈ, ਕੌਮ ਲਈ, ਧਰਮ ਲਈ ਲੜਨ ਲਈ, ਮਰਨ ਲਈ, ਜੂਝਣ ਲਈ ਸਦਾ ਤਤਪਰ ਰਹੀ ਹੈ। ਕਈ ਕਹਿੰਦੇ ਆ ਜੀ ਕੁਛ ਬਣਿਆ ਤਾਂ ਹੈ ਨਹੀਂ। ਭਾਈ ਅਸੀਂ ਸਰਕਾਰਾਂ ਬਣਾਉਣ ਲਈ ਘਰਾਂ 'ਚੋਂ ਨਹੀਂ ਨਿਕਲੇ। ਅਸੀਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਜਾਂ MLA ਜਾਂ ਸ਼੍ਰੋਮਣੀ ਕਮੇਟੀ ਮੈਂਬਰ ਬਣਨ ਲਈ ਨਹੀਂ
ਵਾਲੀ ਗੱਲ ਤਾਂ ਸਿੱਧੀ ਜੀ ਹੁੰਦੀ ਸੀ ਵੀ ਮੇਰੇ ਕੋਲੇ ਨਾਂ ਉਹ ਲਿਖਾਇਓ ਜਿਹੜਾ ਘਰੇ ਬੱਚਿਆਂ ਨੂੰ ਤੇ ਮੰਮੀ ਨੂੰ ਤੇ ਪੱਪੂ ਨੂੰ ਘਰੇ ਫਤਿਹ ਬੁਲਾ ਕੇ ਆਇਆ ਹੋਇਆ। ਤੇ ਬਾਬਾ ਜਰਨੈਲ ਸਿੰਘ ਦੀ ਗੱਲ ਸਾਫ਼ ਸੁਥਰੀ ਤੇ ਸਪਸ਼ਟ ਸੀ ਭਾਈ, ਇਸ ਰਾਹ ਦੇ ਉੱਤੇ ਖੱਜਲ ਖੁਆਰੀ ਆ। ਇੱਥੇ ਕੋਈ ਇਹ ਨਹੀਂ ਵੀ 72 ਹੂਰਾਂ ਮਿਲਣਗੀਆਂ, ਇੱਥੇ ਕੋਈ ਇਹ ਨਹੀਂ ਹੈਗਾ ਕਿ ਬੜੇ ਜੀ ਤੁਹਾਨੂੰ ਰੁਤਬੇ ਤਮਗੇ ਮਿਲਣਗੇ। ਇੱਥੇ ਤਾਂ ਇਹ ਹੈਗੀ ਆ ਗੱਲ ਕਿ ਕੌਮ ਦੇ ਸ਼ਹੀਦਾਂ 'ਚ ਨਾਂ ਆਊਗਾ। ਅੱਜ ਜਿਹੜੇ ਆਪਦੇ ਆਪ ਨੂੰ ਬੜੇ ਖੱਬੀ ਖਾਨ ਸਮਝਦੇ ਆ ਨਾ, ਇਹ ਚੀਜ਼ ਚੇਤੇ ਰੱਖਿਓ। ਅੱਜ ਤੋਂ 150 ਸਾਲ ਬਾਅਦ ਹਾਲਾਤ ਕੌਮ ਦੇ ਚੰਗੇ ਹੋਣ ਜਾਂ ਮਾੜੇ ਹੋਣ, ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਚੇਤੇ ਕਿਵੇਂ ਕਰਨਗੀਆਂ, ਇਹ ਜ਼ਰੂਰ ਚੇਤੇ ਸਾਡੇ ਖਿਆਲਾਂ 'ਚ ਹੋਣਾ ਚਾਹੀਦਾ ਕਿ ਸਾਡੇ ਭਵਿੱਖ ਦੇ ਵਿੱਚ ਸਾਡਾ ਨਾਂ ਕਿਹਨਾਂ 'ਚ ਹੋਵੇ। ਸਾਡਾ